ਕਾਨੂੰਨ ਰੱਦ ਹੋਣ ਤੋਂ ਬਾਅਦ ਜਦੋਂ ਤੁਸੀਂ ਪੰਜਾਬ ਵਾਪਸ ਆਓਗੇ, ਪੰਜਾਬ ਦੇ ਵਿੱਚ ਤੁਹਾਡੇ ਵਾਸਤੇ ਚੁਣੌਤੀਆਂ ਅੱਗੇ ਖੜੀਆਂ ਨੇ, ਖੁਦਕੁਸ਼ੀ, ਕਰਜ਼ਾ, ਉਹਨਾਂ ਤੋਂ ਕਿਵੇਂ ਮੁਕਤ ਹੋਵੋਗੇ? ਉਹਨਾਂ ਤੋਂ ਅਸੀਂ ਜੇ ਸਾਨੂੰ ਸਹੀ ਰੇਟ ਮਿਲਣਗੇ ਤਾਂ ਸਾਨੂੰ ਤਾਂ ਕੋਈ ਕਰਜ਼ਾ ਲੋੜ ਹੀ ਨਹੀਂ ਹੈ। ਕਰਜ਼ਾ ਸਾਡੇ ਸਿਰ ਬਿਲਕੁਲ ਨਹੀਂ ਹੋਊਗਾ, ਕੋਈ ਖੁਦਕੁਸ਼ੀਆਂ ਨਹੀਂ ਕਰੂਗਾ ਕੋਈ ਵੀ। 8-10 ਕਿਲੋ ਮੱਕੀ ਆ ਬੀਜ ਪਾ ਕੇ 25 ਕੁਇੰਟਲ ਮੱਕੀ ਕੱਢਣ ਵਾਲੇ ਆ। ਸਾਡੀ ਤਾਂ ਇਹੀ ਫੈਕਟਰੀ ਆ ਵੀ ਜਿਹਦੇ 'ਚ ਕਿੰਨੇ ਗੁਣਾ ਹੀ ਵੱਧ ਪ੍ਰੋਡਕਸ਼ਨ ਹੁੰਦਾ। ਕਾਰਨ ਤਾਂ ਇਹੀ ਆ ਕਿ ਸਰਕਾਰ ਨੀਤ ਸਾਫ਼ ਨਹੀਂ ਹੈਗੀ। ਨੀਤ ਸਾਫ਼ ਹੋਣ ਕਰਕੇ ਕੋਸਟ ਆਫ ਪ੍ਰੋਡਕਸ਼ਨ ਵੀ ਨਹੀਂ ਦੇ ਰਹੀ ਹੈਗੀ। ਕਿਸਾਨ ਨਹੀਂ ਚਾਹੁੰਦਾ ਕਿ ਅਸੀਂ ਜੀਰੀ ਕਣਕ ਬੀਜੀਏ। ਅਸੀਂ ਸਾਰੀਆਂ ਫਸਲਾਂ ਬੀਜਣ ਵਾਸਤੇ ਤਿਆਰ ਹਾਂ। ਨੀਤ ਤਾਂ ਸਰਕਾਰ ਦੀ ਸਾਫ਼ ਹੋਣੀ ਚਾਹੀਦੀ ਆ। ਸਾਨੂੰ ਉਹਨਾਂ ਫਸਲਾਂ ਦਾ ਘੱਟੋ ਘੱਟ ਜਿਹੜਾ ਰੇਟ ਆ ਉਹ ਐਸਾ ਮਿਲੇ ਜਿੰਨਾ ਸਾਨੂੰ ਕਣਕ ਚੋਂ ਜਾਂ ਜੀਰੀ ਚੋਂ ਮੁਨਾਫਾ ਮਿਲਦਾ। ਹਾਂ, ਅਸੀਂ ਚਾਹੁੰਦੇ ਹਾਂ ਜ਼ਰੂਰ। ਕਣਕ ਤੇ ਝੋਨੇ 'ਚ ਤੁਹਾਨੂੰ ਮੁਨਾਫਾ ਮਿਲਦਾ ਹੈ। ਹਾਲਾਂਕਿ 26 ਫਸਲਾਂ ਦੀ MSP ਤੈਅ ਕੀਤੀ ਗਈ ਆ, ਬਾਕੀ ਫਸਲਾਂ ਦੀ MSP ਜਿਹੜੀ ਆ ਨਹੀਂ ਦਿੱਤੀ ਜਾਂਦੀ। ਕਿਸ ਰੇਟ ਤੇ ਵੇਚੀਆਂ ਜਾਂਦੀਆਂ ਨੇ ਉਹ ਫਸਲਾਂ, ਕਿਸ ਤਰੀਕੇ ਦੇ ਨਾਲ ਤੁਸੀਂ ਘਾਟੇ ਦੇ ਸੌਦੇ ਵਿੱਚ ਰਹਿੰਦੇ ਹੋ? ਇਹੀ ਤਾਂ ਬਹੁਤ ਸਾਡਾ ਦੁੱਖ ਤਾਂ ਇਸੇ ਗੱਲ ਦਾ ਹੈ ਕਿ ਵਪਾਰੀ ਜੋ ਖਰੀਦਦਾ, ਵਪਾਰ ਸਿਰਫ 2 ਫਸਲਾਂ ਨੂੰ ਸਰਕਾਰ ਖਰੀਦਦੀ ਆ, ਉਹ ਵੀ ਪੰਜਾਬ ਅਤੇ ਹਰਿਆਣੇ ਵਿੱਚ। ਬਾਕੀ ਫਸਲਾਂ ਨੂੰ MSP ਮਿਥੀ ਹੈਗੀ ਪਰ ਖਰੀਦਦੀ ਨਹੀਂ ਹੈਗੀ। ਵਪਾਰੀ ਆਪਣੀ ਮਨਮਰਜ਼ੀ ਕਰਦਾ, ਮਨਮਰਜ਼ੀ ਕਰਕੇ ਇੱਕ ਸਾਲ ਸਾਨੂੰ ਵੱਧ ਰੇਟ ਦੇ ਕੇ ਸਾਤੇ ਫਸਲ ਨੂੰ ਜ਼ਿਆਦਾ ਬਚਵਾ ਲੈਂਦਾ ਤੇ ਗੰਨੇ ਦੇ ਕੀਮਤਾਂ ਨੂੰ ਲੈ ਕੇ, ਬਕਾਇਆ ਰਾਸ਼ੀ ਨੂੰ ਲੈ ਕੇ ਲੰਘੇ ਦਿਨੀ ਬਹੁਤ ਵੱਡਾ ਜਿਹੜਾ ਪ੍ਰਦਰਸ਼ਨ ਹੋਇਆ ਹੈ। 4 ਦਿਨ ਜਿਹੜਾ ਪ੍ਰਦਰਸ਼ਨ ਚੱਲਦਾ ਰਿਹਾ, ਆਖਿਰਕਾਰ ਸਹਿਮਤੀ ਬਣੀ ਹੈ ਗੰਨੇ ਦੇ ਮੁੱਲ ਨੂੰ ਲੈ ਕੇ ਕਿ ਇਹਨਾਂ ਜਿਹੜੀ MSP ਫਸਲਾਂ ਤੈਅ ਕੀਤੀ ਗਈ ਹੈ ਉਸ ਨੂੰ ਲੈ ਕੇ ਕੀ ਕੋਈ ਸਹਿਮਤੀ ਨਹੀਂ ਬਣ ਪਾਈ ਹਾਲੇ ਤੱਕ, ਜਾਂ ਜ਼ੋਰ ਹੀ ਨਹੀਂ ਪਾਇਆ ਗਿਆ, ਸਿਰਫ ਵਰਬਲੀ ਕਹਿ ਦਿੱਤਾ ਗਿਆ? ਸਰਕਾਰ ਪਾਇਆ ਤਾਂ ਹੈ ਪਰ ਜਦੋਂ ਸਾਡੀ ਜਥੇਬੰਦੀਆਂ ਵੀ ਇਕੱਲੀਆਂ ਤੇ ਉਹਨਾਂ ਕਰਕੇ ਉਹਦੀ ਤਾਕਤ ਨਹੀਂ ਹੈਗੀ। ਪਰ ਹੁਣ ਸੰਯੁਕਤ ਕਿਸਾਨ ਮੋਰਚਾ ਬਣਨ ਕਰਕੇ ਤਾਕਤ ਬਹੁਤ ਜ਼ਿਆਦਾ ਵੱਧ ਗਈ ਆ। ਹੁਣ ਅਸੀਂ ਸਰਕਾਰ ਨੂੰ ਜ਼ੋਰ ਪਾ ਕੇ ਹੋਰ ਜਿੱਦਾਂ ਅੱਜ ਗੰਨੇ ਦਾ ਰੇਟ ਮਿਲਿਆ, ਇਸੇ ਤਰ੍ਹਾਂ ਅਸੀਂ ਦੂਸਰੀਆਂ ਫਸਲਾਂ ਦੀ ਵੀ ਜ਼ੋਰ ਪਾ ਕੇ ਜ਼ਰੂਰ ਆਪਣਾ ਹੱਕ ਲੈਣ ਦੀ ਕੋਸ਼ਿਸ਼ ਕਰਾਂਗੇ ਜ਼ਰੂਰ। ਹਰ ਵਰਗ ਲਈ, ਇਕੱਲੇ ਕਿਸਾਨ ਲਈ ਨਹੀਂ, ਜਾਂ ਉਹ ਮਜ਼ਦੂਰ ਭਾਈਚਾਰਾ ਹੈ, ਜਾਂ ਕੋਈ ਦੁਕਾਨਦਾਰ ਹੈ, ਜਾਂ ਕੋਈ ਆੜ੍ਹਤੀ ਵੀਰ ਹੈ, ਜਾਂ ਜਿੰਨੇ ਵੀ, ਚਾਹੇ ਤੁਸੀਂ ਵੀ ਹੋ, ਇਹ ਤੁਹਾਡੇ ਲਈ ਵੀ ਬੜਾ ਮਾੜਾ ਹੈ। ਇਹ 3 ਕਾਲੇ ਕਾਨੂੰਨ ਜਦੋਂ ਤੱਕ ਰੱਦ ਨਹੀਂ ਹੁੰਦੇ ਉਦੋਂ ਤੱਕ ਆਪਾਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਆ, ਆਪਾਂ ਵਾਪਸ ਨਹੀਂ ਆਵਾਂਗੇ। 3 ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਆਵਾਂਗੇ। ਸੰਯੁਕਤ ਕਿਸਾਨ ਮੋਰਚਾ ਆਪਣੇ ਪਿੱਛੇ ਨੌਜਵਾਨਾਂ ਨੂੰ ਲਾ ਕੇ ਲੈ ਜਾਂਦੇ ਨੇ, ਉੱਥੇ ਕੋਈ ਨਾ ਕੋਈ ਹਰਕਤ ਹੋ ਜਾਂਦੀ ਹੈ, ਉਹਨਾਂ ਦੇ ਪਰਚੇ ਦਰਜ ਹੋ ਜਾਂਦੇ ਨੇ, ਫਿਰ ਉਹਨਾਂ ਦੀ ਸੁਣਵਾਈ ਕਰਨ ਤੱਕ ਥਾਣੇ ਨਹੀਂ ਜਾਂਦੇ। ਬਹੁਤ ਵੱਡਾ ਇਲਜ਼ਾਮ ਲੱਗਦਾ ਰਿਹਾ ਸੰਯੁਕਤ ਕਿਸਾਨ ਮੋਰਚਾ ਤੇ। ਨਹੀਂ, ਜਿਹੜੇ ਕਿਸਾਨਾਂ ਦੇ ਨਾਲ ਜਥੇਬੰਦੀਆਂ ਨਾਲ ਕਿਸਾਨ ਜਾਂਦੇ ਆ ਉਹਨਾਂ ਦੀ ਪੂਰੀ ਸੁਣਵਾਈ ਕਰਦਾ ਸੰਯੁਕਤ ਕਿਸਾਨ ਮੋਰਚਾ। ਜਿਹੜੇ ਆਪ ਮੁਹਾਰੇ ਅਲੱਗ ਕਿਸਾਨਾਂ ਦੇ ਕਹਿਣ ਤੇ ਬਾਹਰ ਆਪ ਮੁਹਾਰੇ ਚੱਲਦੇ ਆ, ਉਹ ਆਪਣੀ ਜਿਹੜੀ ਕਾਰਵਾਈ ਕਰਦੇ ਆ ਉਹਦੇ ਆਪ ਜ਼ਿੰਮੇਵਾਰ ਹੈ। ਜੋ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਸੰਯੁਕਤ ਕਿਸਾਨ ਮੋਰਚਾ ਉਹਨਾਂ ਨੂੰ ਬੁਲਾਉਂਦਾ, ਜੇ ਕੋਈ ਗੱਲਬਾਤ ਹੁੰਦੀ ਹੈ ਤਾਂ ਉਹਦੀ ਪੂਰੀ ਹਰ ਕਿਸਮ ਦੀ ਮਦਦ ਸਰਕਾਰ ਦੀ ਦੇ ਥਰੂ, ਚਾਹੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਚਾਹੇ ਸੰਯੁਕਤ ਕਿਸਾਨ ਮੋਰਚਾ ਹੋਵੇ, ਤਾਂ ਉਹਦੀ ਪੂਰੀ ਮਦਦ ਕਰੀ ਜਾਂਦੀ ਹੈ। ਜਿਹੜਾ ਸਾਨੂੰ ਵਧੀਆ ਲੱਗੋ, ਸਾਡਾ ਉਮੀਦਵਾਰ ਵਧੀਆ ਕਿਸਾਨੀ ਦੇ ਹੱਕ ਦੇ ਵਿੱਚ ਖੜਦਾ, ਸੰਯੁਕਤ ਕਿਸਾਨ ਮੋਰਚੇ ਨਾਲ ਚੱਲਦਾ ਹੈ, ਅਸੀਂ ਉਹਨੂੰ ਵੋਟ ਪਾਉਂਗੇ। ਅਸੀਂ ਦੂਸਰੇ ਨੂੰ ਕਾਹਤੇ ਵੋਟ ਪਾਉਂਗੇ? ਜੇ ਸਾਨੂੰ ਲੱਗੂਗਾ ਵੀ ਸਾਨੂੰ ਕੋਈ ਵੀ ਉਮੀਦਵਾਰ ਪਸੰਦ ਨਹੀਂ ਹੈਗਾ ਤਾਂ ਅਸੀਂ ਨੋਟਾਂ ਦਾ ਬਟਨ ਦਬਾ ਦੇਂਗੇ। ਸਾਨੂੰ ਹੁਣ ਤੱਕ ਪਤਾ ਹੀ ਨਹੀਂ ਲੱਗਿਆ ਵੀ ਸਾਡਾ ਨਾਲ ਕਿਹੜੀ ਸਰਕਾਰ ਦੇ ਬੰਦੇ ਆ ਜਾਂ ਕਿਹੜੀ ਪਾਰਟੀ ਦੇ ਬੰਦੇ ਸਾਡੇ ਨਾਲ ਖੜਦੇ ਆ। ਸਾਨੂੰ ਹੁਣ ਤੱਕ ਪਤਾ ਨਹੀਂ ਲੱਗਿਆ। ਸਾਨੂੰ ਸਭ ਕੁਝ ਪਤਾ ਹੈ ਵੀ ਸਾਡੇ ਨਾਲ ਕੌਣ ਖੜਿਆ, ਕੌਣ ਨਹੀਂ ਖੜਿਆ। ਅਸੀਂ ਅੱਗੇ ਸੋਚੂਗੇ ਵੀ ਅਸੀਂ ਕਿਹਦੇ ਨਾਲ ਜਾਣਾ। ਅਸੀਂ ਕੋਈ ਗੱਲ ਦੱਸ ਦਿੰਦੇ ਅਜੇ ਵੀ ਅਸੀਂ ਕਿਹਦੇ ਨਾਲ ਜਾਣਾ, ਸਮਾਂ ਆਉਣ ਤੇ ਦੱਸਾਂਗੇ ਵੀ ਅਸੀਂ ਕਿਹੜੀ ਪਾਰਟੀ ਨਾਲ। ਸਾਨੂੰ ਇਕੱਲੇ ਜੇ ਵੀ ਪਾਰਟੀਆਂ ਦੇ ਲੀਡਰ ਆ, ਸਾਨੂੰ ਸਾਰਿਆਂ ਦਾ ਪਤਾ ਹੈ ਵੀ ਕੌਣ ਕਿੰਨੇ ਪਾਣੀ 'ਚ ਹੈ, ਕੌਣ ਕਿੰਨੇ ਪਾਣੀ 'ਚ ਹੈ। ਅਸੀਂ ਉਹ ਮੌਕੇ ਪਰ ਜਾ ਕੇ ਫੈਸਲਾ ਕਰਾਂਗੇ। ਭਾਵੇਂ ਸਾਡੀਆਂ 11 ਮੀਟਿੰਗਾਂ ਹੋ ਚੁੱਕੀਆਂ, ਪਰ ਸਰਕਾਰ ਅੰਦਰੇ ਖਾਤੇ ਪਿਛਲੇ ਬੂਹੇ ਰਾਹੀਂ ਸਾਡੇ ਨਾਲ ਸੰਪਰਕ ਕਰ ਰਹੀ ਹੈ ਵੀ ਤੁਸੀਂ ਦੱਸੋ ਕਿਆ ਕਰਨਾ, ਕਿਆ ਨਹੀਂ ਕਰਨਾ। ਹੁਣ ਵੀ ਜਿਹੜੀ ਲੇਟੈਸਟ ਖਬਰ ਆ, ਜਿਹੜਾ ਸਾਡਾ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਜੀ ਆ, ਉਹਨਾਂ ਨੇ ਪ੍ਰਪੋਜ਼ਲ ਬਣਾ ਕੇ ਅਮਿਤ ਸ਼ਾਹ ਨੂੰ ਭੇਜੀ ਵੀ ਹੈ। ਜਦੋਂ ਅਮਿਤ ਸ਼ਾਹ 'ਤੇ ਪ੍ਰਪੋਜ਼ਲ ਪਾਸ ਆ ਗਈ ਤਾਂ ਉਹਨਾਂ ਨੇ ਸਾਡੇ ਨਾਲ ਗੱਲਬਾਤ ਦਾ ਜਿਹੜਾ ਰਸਤਾ ਹੈ ਉਹ ਖੁੱਲ੍ਹ ਜੂਗਾ, ਗੱਲਬਾਤ ਹੋ ਜੂਗੀ, ਪ੍ਰਪੋਜ਼ਲ ਸਾਡੇ ਕੋਲ ਆ ਜੂਗੀ। ਜੇ ਸਾਨੂੰ ਮਨਜ਼ੂਰ ਹੋ ਗਈ ਅਸੀਂ ਗੱਲਬਾਤ ਕਰਾਂਗੇ, ਕੋਈ ਨਾ ਕੋਈ ਹੱਲ ਨਿਕਲੂਗਾ। ਸਰਕਾਰ ਵੀ ਚਾਹੁੰਦੀ ਹੈ ਵੀ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦਾ ਹੱਲ ਨਿਕਲ ਜਾਵੇ। ਨਹੀਂ ਤਾਂ ਹੁਣ 5 ਤਰੀਕ ਨੂੰ ਸਾਡੇ ਮੁਜ਼ੱਫਰਨਗਰ ਬਹੁਤ ਵੱਡੀ ਅਸੀਂ ਯੂਪੀ 'ਚ ਰੈਲੀ ਕਰ ਰਹੇ ਹਾਂ, ਉਹਦੇ ਸਰਕਾਰ ਨੂੰ ਪਤਾ ਲੱਗ ਜੂਗਾ। ਤਰ੍ਹਾਂ ਗੰਨੇ ਦੇ ਰੇਟਾਂ ਦੇ ਵਿੱਚ ਵਾਧਾ ਕੀਤਾ ਗਿਆ। ਪਹਿਲਾਂ ਪੰਜਾਬ ਸਰਕਾਰ ਨੇ ਕੀਤਾ, ਉਸ ਤੋਂ ਬਾਅਦ ਦੂਜੇ ਦਿਨ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਐਲਾਨ ਕਰਤਾ ਹੈ ਕਿ 290 ਰੁਪਏ ਪ੍ਰਤੀ ਕੁਇੰਟਲ ਜਿਹੜੇ ਗੰਨੇ ਦੇ ਭਾਅ ਨੂੰ ਮਿਲਣਗੇ। ਕੀ ਲੱਗਦਾ ਹੈ ਕਿ ਵਾਕਈ ਫਾਇਦਾ ਮਿਲਣ ਵਾਲਾ ਹੈ ਕੇਂਦਰ ਸਰਕਾਰ ਦੀ ਇਸ ਨੀਤੀ ਦੇ ਨਾਲ? ਕੁਝ ਫਾਇਦਾ ਤਾਂ ਹੋਇਆ ਜ਼ਰੂਰ ਹੈ, ਪਰ ਜਾਇਜ਼ ਬੜਾ ਮੁਸ਼ਕਲ ਨਾਲ ਦਿੱਤਾ, ਜਾਇਜ਼ ਦਿੱਤਾ, 4 ਸਾਲਾਂ ਬਾਅਦ ਦਿੱਤਾ, ਕਿਉਂਕਿ ਰੇਟ ਤਾਂ ਸਾਡਾ ਪਹਿਲਾਂ ਬਣਦਾ ਸੀ।
ਹਰ ਸਾਲ ਸਾਨੂੰ 10-15 ਰੁਪਏ ਘੱਟੋ ਘੱਟ ਰੇਟ ਵਧਦੇ ਰਹੇ ਤਾਂ ਦੇਖੋ ਕਿੰਨੇ ਲੱਖ ਕੁਇੰਟਲ ਗੰਨਾ ਬੀਜਦੀ ਆ। ਹਰ ਸਾਲ ਸਾਨੂੰ ਇੰਨਾ ਘਾਟਾ ਪੈਂਦਾ ਰਿਹਾ, ਪਹਿਲਾਂ 4 ਸਾਲ ਘਾਟਾ। ਇਹੀ ਤਾਂ ਸਰਕਾਰਾਂ ਦੀਆਂ ਪਾਲਿਸੀਆਂ। ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਮਲਰੀਤ ਕੌਰ। ਪੰਜਾਬ ਦੀਆਂ ਸੜਕਾਂ ਤੋਂ ਹੁੰਦਾ ਹੋਇਆ ਹਰਿਆਣਾ ਦੇ ਵਿੱਚੋਂ ਲੰਘ ਕੇ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨੀ ਸੰਘਰਸ਼ ਅੱਜ 9 ਮਹੀਨੇ ਪੂਰੇ ਕਰ ਚੁੱਕਿਆ। ਇਹਨਾਂ 9 ਮਹੀਨਿਆਂ ਦੇ ਵਿੱਚ ਬਹੁਤ ਸਾਰੇ ਉਤਾਰ ਚੜ੍ਹਾਅ ਸੰਘਰਸ਼ ਦੇ ਵਿੱਚ ਆਏ ਨੇ। ਬਹੁਤ ਸਾਰੇ ਇਲਜ਼ਾਮ ਵੀ ਸਰਕਾਰਾਂ ਵੱਲੋਂ ਕਿਸਾਨ ਜਥੇਬੰਦੀਆਂ ਤੇ ਕਿਸਾਨਾਂ ਤੇ ਲਗਾਏ ਜਾਂਦੇ ਰਹੇ ਨੇ। ਬਹੁਤ ਸਾਰੀਆਂ ਨੀਤੀਆਂ ਘੜ ਕੇ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਨੇ, ਪਰ ਸ਼ਾਇਦ ਇਸ ਨੂੰ ਏਕਤਾ ਦਾ ਬਲ ਕਿਹਾ ਜਾਂਦਾ ਹੈ ਕਿ 32 ਕਿਸਾਨ ਜਥੇਬੰਦੀਆਂ ਦੀ ਸੂਝ-ਬੂਝ ਨੇ 9 ਮਹੀਨੇ ਬਾਅਦ ਵੀ ਇਸ ਅੰਦੋਲਨ ਨੂੰ ਪਕੜ ਮਜ਼ਬੂਤ ਕਰਕੇ ਰੱਖਿਆ ਹੋਇਆ ਹੈ। ਇਸ ਅੰਦੋਲਨ ਦੇ 9 ਮਹੀਨੇ ਪੂਰੇ ਕਰਨ ਦੇ ਬਾਰੇ ਵੀ ਗੱਲਬਾਤ ਕਰਾਂਗੇ ਕਿ ਆਖਿਰਕਾਰ ਇੰਨਾ ਜਜ਼ਬਾ ਕਿੱਥੋਂ ਆਉਂਦਾ ਹੈ ਤੇ ਕਿਉਂ 9 ਮਹੀਨੇ ਤੋਂ ਅੱਜ ਵੀ ਆਪਣੀ ਮੰਗ ਤੇ ਬਰਕਰਾਰ ਰਹੇ ਨੇ। ਹਾਲਾਂਕਿ ਸਰਕਾਰ ਵੱਲੋਂ ਸਮੇਂ-ਸਮੇਂ ਤੇ ਕੁਛ ਨਾ ਕੁਛ ਮੀਟਿੰਗਸ ਦੇ ਦੌਰਾਨ ਦਿੱਤੀਆਂ ਜਾਂਦੀਆਂ ਰਹੀਆਂ ਨੇ, ਵਿਸ਼ਵਾਸ ਦਿੱਤੇ ਜਾਂਦੇ ਰਹੇ ਨੇ, ਪਰ ਉਹਨਾਂ ਸੋਧਾਂ ਨੂੰ, ਉਹਨਾਂ ਵਿਸ਼ਵਾਸਾਂ ਨੂੰ ਵੀ ਕਿਸਾਨਾਂ ਨੇ ਨਾਮਨਜ਼ੂਰ ਕਰ ਦਿੱਤਾ ਹੈ। ਮੰਗ ਇੱਕੋ ਹੀ ਹੈ ਕਿ ਖੇਤੀ ਕਾਨੂੰਨ ਹਰ ਹੀਲੇ ਰੱਦ ਹੋਣੇ ਚਾਹੀਦੇ ਨੇ। ਖੇਤੀ ਕਾਨੂੰਨਾਂ ਦੇ ਮਸਲੇ ਤੇ ਅਸੀਂ ਬਹੁਤ ਵਾਰ ਗੱਲਬਾਤ ਕੀਤੀ ਹੈ, ਬਹੁਤ ਵਾਰ ਤੁਹਾਡੇ ਸਾਹਮਣੇ ਰੂਬਰੂ ਹੋਏ ਆ, ਕਿਸਾਨੀ ਸੰਘਰਸ਼ ਦੇ ਲਈ ਰੂਬਰੂ ਹੋਏ ਆ, ਪਰ ਸਮੇਂ ਦੇ ਨਾਲ ਸੰਘਰਸ਼ ਦੇ ਰੰਗ ਵੀ ਬਦਲਦੇ ਰਹੇ ਨੇ, ਬਹੁਤ ਕੁਝ ਹੁੰਦਾ ਰਿਹਾ ਔਰ ਉਸੇ ਸੰਘਰਸ਼ ਦੇ ਬਾਰੇ ਗੱਲਬਾਤ ਕਰਾਂਗੇ। ਸਰ, ਕਿੱਥੋਂ ਆਏ ਹੋ? ਜ਼ਿਲ੍ਹਾ ਰੋਪੜ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦਾ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਮੁੰਡੀਆਂ। ਅੱਜ ਇਸ ਸੰਘਰਸ਼ ਦੇ ਵਿੱਚ ਪਹੁੰਚੇ ਹਾਂ, ਜੋ ਚੰਡੀਗੜ੍ਹ ਇਲਾਕਾ ਨਿਵਾਸੀਆਂ ਨੇ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਥੱਲੇ ਅੱਜ ਦਾ ਇਕੱਠ ਕੀਤਾ। ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ। ਤੁਸੀਂ ਸਾਡੀ ਡਿਬੇਟ ਲੈਣ ਵਾਸਤੇ, ਸਾਡੇ ਦੁੱਖ ਨੂੰ ਰਗ ਨੂੰ ਪਛਾਣਦੇ ਹੋਏ ਸਾਨੂੰ ਸਮਾਂ ਦਿੱਤਾ। ਹਾਂਜੀ, ਬੋਲੋ ਕਿਆ ਤੁਹਾਡੀ ਮੰਗ ਇਹ ਆ ਕਿ ਖੇਤੀ ਕਾਨੂੰਨ ਜਦੋਂ ਤੱਕ ਰੱਦ ਨਹੀਂ ਹੁੰਦੇ ਉਦੋਂ ਤੱਕ ਦਿੱਲੀ ਦੀਆਂ ਸਰਹੱਦਾਂ ਖਾਲੀ ਨਹੀਂ ਕੀਤੀਆਂ ਜਾਣਗੀਆਂ। ਪਰ ਮੇਰਾ ਸਵਾਲ ਇਹ ਆ ਕਿ ਜੇ ਖੇਤੀ ਕਾਨੂੰਨ ਰੱਦ ਹੁੰਦੇ ਨੇ, ਦਿੱਲੀ ਦੀਆਂ ਸਰਹੱਦਾਂ ਤੋਂ ਤੁਸੀਂ ਵਾਪਸ ਪੰਜਾਬ ਆਉਂਦੇ ਹੋ, ਤੇ ਕੀ ਲੱਗਦਾ ਹੈ ਕਿ ਪੰਜਾਬ ਜਾ ਕੇ ਤੁਸੀਂ ਖੁਸ਼ਹਾਲ ਹੋ ਜਾਓਗੇ? ਖੁਦਕੁਸ਼ੀਆਂ, ਕਰਜ਼ਾ ਮੁਕਤੀ ਹੋ ਜਾਏਗੀ? ਕਾਨੂੰਨ ਰੱਦ ਕਰਾਏ ਬਿਨਾ ਹੋਣਾ ਹੀ ਹੈ ਨਹੀਂ। ਕਾਨੂੰਨ ਰੱਦ ਕਰਾਉਣ ਦਾ ਦ੍ਰਿੜ ਇਰਾਦਾ ਹੈ। ਮੇਰਾ ਸਵਾਲ ਵੀ ਇਹੀ ਹੈ ਕਿ ਕਾਨੂੰਨ ਰੱਦ ਹੋਣ ਤੋਂ ਬਾਅਦ ਜਦੋਂ ਤੁਸੀਂ ਪੰਜਾਬ ਵਾਪਸ ਆਓਗੇ, ਪੰਜਾਬ ਦੇ ਵਿੱਚ ਤੁਹਾਡੇ ਵਾਸਤੇ ਚੁਣੌਤੀਆਂ ਅੱਗੇ ਖੜੀਆਂ ਨੇ, ਖੁਦਕੁਸ਼ੀ, ਕਰਜ਼ਾ, ਉਹਨਾਂ ਤੋਂ ਕਿਵੇਂ ਮੁਕਤ ਹੋਵੋਗੇ? ਉਹਨਾਂ ਤੋਂ ਅਸੀਂ, ਜੇ ਸਾਨੂੰ ਸਹੀ ਰੇਟ ਮਿਲਣਗੇ ਤਾਂ ਸਾਨੂੰ ਤਾਂ ਕੋਈ ਕਰਜ਼ਾ ਲੋੜ ਹੀ ਨਹੀਂ ਹੈ। ਕਰਜ਼ਾ ਸਾਡੇ ਸਿਰ ਬਿਲਕੁਲ ਨਹੀਂ ਹੋਊਗਾ, ਕੋਈ ਖੁਦਕੁਸ਼ੀਆਂ ਨਹੀਂ ਕਰੂਗਾ ਕੋਈ ਵੀ, ਕਿਉਂਕਿ ਸਾਨੂੰ ਲੋੜ ਤਾਂ ਕਾਨੂੰਨਾਂ ਦੇ ਮੁਤਾਬਕ ਜੋ ਅਸੀਂ C+2 50% ਮੁਨਾਫੇ ਵਾਲਾ ਰੇਟ ਚਾਹੁੰਦੇ ਹਾਂ। ਜੇ ਸਾਨੂੰ ਰੇਟ ਸਰਕਾਰ ਦੇ ਦੇਵੇ ਤੇ ਜਿਣਸਾਂ ਦੀ ਖਰੀਦ ਦੀ ਜ਼ਿੰਮੇਵਾਰੀ ਲੈ ਲਵੇ ਤਾਂ ਕੋਈ ਕਰਜ਼ਾ ਕਿਸੇ ਕਿਸਾਨ ਦੇ ਸਿਰ ਹੋ ਹੀ ਨਹੀਂ ਸਕਦਾ। ਕਿਉਂਕਿ ਅਸੀਂ ਤਾਂ ਦੇਖੋ 40 ਕਿਲੋ ਕਣਕ ਪਾ ਕੇ 20 ਕੁਇੰਟਲ ਕਣਕ ਕੱਢਣ ਵਾਲੇ ਹਾਂ, ਤੇ 8-10 ਕਿਲੋ ਮੱਕੀ ਦਾ ਬੀਜ ਪਾ ਕੇ 25 ਕੁਇੰਟਲ ਮੱਕੀ ਕੱਢਣ ਵਾਲੇ ਹਾਂ। ਸਾਡੀ ਤਾਂ ਇਹੀ ਫੈਕਟਰੀ ਆ ਵੀ ਜਿਹਦੇ 'ਚ ਕਿੰਨੇ ਗੁਣਾ ਹੀ ਵੱਧ ਪ੍ਰੋਡਕਸ਼ਨ ਹੁੰਦਾ। ਕਾਰਨ ਤਾਂ ਇਹੀ ਹੈ ਕਿ ਸਰਕਾਰ ਨੀਤ ਸਾਫ਼ ਨਹੀਂ ਹੈਗੀ। ਨੀਤ ਸਾਫ਼ ਹੋਣ ਕਰਕੇ ਕਾਸਟ ਆਫ ਪ੍ਰੋਡਕਸ਼ਨ ਵੀ ਨਹੀਂ ਦੇ ਰਹੀ ਹੈਗੀ। ਇਸ ਕਰਕੇ ਕਾਰਨ ਜੇ ਕਾਨੂੰਨ ਰੱਦ ਹੋ ਗਏ ਤੇ ਸਾਨੂੰ ਸਹੀ ਰੇਟ ਮਿਲ ਜਾਣ ਤਾਂ ਖੁਸ਼ਹਾਲ ਹੋਊਗਾ ਕਿਸਾਨ। ਕੋਈ ਇਹੀ ਗੱਲ ਨਹੀਂ, ਕੋਈ ਕਾਰਨ ਨਹੀਂ ਹੈਗਾ ਕਿ ਖੁਦਕੁਸ਼ੀਆਂ ਕਰਨਗੇ ਜਾਂ ਸਾਡੇ ਸਿਰ ਕਰਜ਼ਾ ਹੋਊਗਾ। ਕਰਜ਼ਾ ਸਾਡੇ ਬਣਦਾ ਹੀ ਹੈ ਨਹੀਂ ਕਿਸੇ ਤਰ੍ਹਾਂ ਦਾ ਵੀ। ਸਰਕਾਰ ਨੇ ਜਾਣ ਬੁੱਝ ਕੇ ਬਹੁਤ ਘੱਟ ਰੇਟ ਦਿੱਤੇ ਆ, ਇਸ ਕਰਕੇ ਸਾਡੇ ਸਿਰ ਕਰਜ਼ਾ ਚੜ੍ਹਿਆ। ਇੱਕ ਨਾ ਸਰਕਾਰ ਵਾਰ-ਵਾਰ ਇਹ ਕਹਿੰਦੀ ਹੈ ਕਿ ਕਿਸਾਨਾਂ ਨੂੰ ਬਹੁ-ਭਾਂਤੀ ਖੇਤੀ ਕਰਨੀ ਚਾਹੀਦੀ ਹੈ, ਯਾਨੀ ਕਿ ਜਿਹੜੀਆਂ ਰਿਵਾਇਤੀ ਫਸਲਾਂ ਨੇ, ਕਣਕ ਤੇ ਝੋਨਾ, ਉਹਨਾਂ ਤੋਂ ਬਾਹਰ ਨਿਕਲ ਕੇ ਦੂਜੀਆਂ ਫਸਲਾਂ ਨੂੰ ਅਪਣਾਉਣਾ ਚਾਹੀਦਾ ਹੈ। ਉਹਨਾਂ ਦੇ ਨਾਲ ਮੁਨਾਫਾ ਵੀ ਹੋਏਗਾ, ਜਿੱਦਾਂ ਫੁੱਲਾਂ ਦੀ ਖੇਤੀ ਹੋ ਗਈ, ਸਬਜ਼ੀਆਂ ਦੀ ਹੋ ਗਈ, ਮੱਕੀ ਦੀ ਹੋ ਗਈ, ਉਹਨਾਂ ਦੇ ਨਾਲ ਮੁਨਾਫਾ ਵੀ ਹੋਏਗਾ। ਕਿਸਾਨ ਜਿਹੜੇ ਨੇ ਰਿਵਾਇਤੀ ਫਸਲੀ ਚੱਕਰ ਚੁਲਝੇ ਹੋਏ ਨੇ, ਝੋਨੇ ਦੇ ਵਾਰ-ਵਾਰ ਕਰਕੇ ਪਾਣੀ ਦਾ ਪੱਧਰ ਵੀ ਜਿਹੜਾ ਘਟ ਰਿਹਾ। ਬਿਲਕੁਲ, ਤੁਸੀਂ ਬਹੁਤ ਵਧੀਆ ਸਵਾਲ ਕੀਤਾ ਵੀ ਇਹਦਾ ਅਸੀਂ ਤਾਂ ਆਪ ਖੁਸ਼ ਹਾਂ। ਕਿਸਾਨ ਨਹੀਂ ਚਾਹੁੰਦਾ ਕਿ ਅਸੀਂ ਜੀਰੀ ਕਣਕ ਬੀਜੀਏ। ਅਸੀਂ ਸਾਰੀਆਂ ਫਸਲਾਂ ਬੀਜਣ ਵਾਸਤੇ ਤਿਆਰ ਹਾਂ। ਨਹੀਂ ਤਾਂ ਸਰਕਾਰ ਦੀ ਸਾਫ਼ ਹੋਣੀ ਚਾਹੀਦੀ ਆ। ਸਾਨੂੰ ਉਹਨਾਂ ਫਸਲਾਂ ਦਾ ਘੱਟੋ ਘੱਟ ਜਿਹੜਾ ਰੇਟ ਆ ਉਹ ਐਸਾ ਮਿਲੇ ਜਿੰਨਾ ਸਾਨੂੰ ਕਣਕ ਚੋਂ ਜਾਂ ਜੀਰੀ ਚੋਂ ਮੁਨਾਫਾ ਮਿਲਦਾ। ਸਾਨੂੰ ਜੇ ਉਹਨਾਂ ਫਸਲਾਂ ਦਾ ਰੇਟ ਮਿਲੇ ਤਾਂ ਅਸੀਂ ਤੇਲ ਫਸਲਾਂ, ਬੀਜ ਫਸਲਾਂ, ਦਾਲਾਂ ਬੀਜਾਂ, ਗੰਨਾ, ਹੋਰ ਸਾਰੀਆਂ ਫਸਲਾਂ ਲਾਉਣ ਤਿਆਰ ਹਾਂ। ਕਿਸਾਨ ਨੇ ਬਾਰ-ਬਾਰ ਕਰਕੇ ਦੇਖਿਆ ਪਰ ਸਰਕਾਰ ਨੇ ਕਿਸਾਨ ਦਾ ਸਾਥ ਨਹੀਂ ਦਿੱਤਾ ਹੈਗਾ। ਵੀ ਸਰਕਾਰ ਨੇ ਕਿਸਾਨ ਦਾ ਨਾ ਸਾਥ ਦੇਣ ਕਰਕੇ ਕਿਸਾਨ ਨੂੰ ਮਜਬੂਰਨ ਪਾਸੇ ਫਸਲਾਂ ਬੀਜਣੀਆਂ ਪੈ ਰਹੀਆਂ। ਕਿਸਾਨ ਤਿਆਰ ਆ ਜ਼ਰੂਰ ਡਾਈਵਰਗੇਸ਼ਨ ਕਰਨ ਵਾਸਤੇ, ਹਰ ਵਕਤ ਤਿਆਰ ਆ।
ਅਸੀਂ ਚਾਹੁੰਦੇ ਹਾਂ ਜ਼ਰੂਰ। ਕਣਕ ਤੇ ਝੋਨੇ 'ਚ ਤੁਹਾਨੂੰ ਮੁਨਾਫਾ ਮਿਲਦਾ ਹੈ ਹਾਲਾਂਕਿ 26 ਫਸਲਾਂ ਦੀ ਐਮਐਸਪੀ ਤੈਅ ਕੀਤੀ ਗਈ ਆ, ਬਾਕੀ ਫਸਲਾਂ ਤੇ ਐਮਐਸਪੀ ਜਿਹੜੀ ਆ ਨਹੀਂ ਦਿੱਤੀ ਜਾਂਦੀ। ਕਿਸ ਰੇਟ ਤੇ ਵੇਚੀਆਂ ਜਾਂਦੀਆਂ ਨੇ ਉਹ ਫਸਲਾਂ, ਕਿਸ ਤਰੀਕੇ ਦੇ ਨਾਲ ਤੁਸੀਂ ਘਾਟੇ ਦੇ ਸੌਦੇ ਵਿੱਚ ਰਹਿੰਦੇ ਹੋ? ਹਾਂਜੀ, ਇਹੀ ਤਾਂ ਬਹੁਤ ਸਾਡੇ ਦੁੱਖ ਤਾਂ ਇਸੇ ਗੱਲ ਦਾ ਹੈ ਕਿ ਵਪਾਰੀ ਜੋ ਖਰੀਦਦਾ ਹੈ, ਵਪਾਰ ਸਿਰਫ 2 ਫਸਲਾਂ ਨੂੰ ਸਰਕਾਰ ਖਰੀਦਦੀ ਆ, ਉਹ ਵੀ ਪੰਜਾਬ ਅਤੇ ਹਰਿਆਣੇ ਵਿੱਚ। ਬਾਕੀ ਫਸਲਾਂ ਨੂੰ ਐਮਐਸਪੀ ਮਿਥੀ ਹੈਗੀ ਪਰ ਖਰੀਦਦੀ ਨਹੀਂ ਹੈਗੀ। ਵਪਾਰੀ ਆਪਣੀ ਮਨਮਰਜ਼ੀ ਕਰਦਾ, ਮਨਮਰਜ਼ੀ ਕਰਕੇ 1 ਸਾਲ ਸਾਨੂੰ ਵੱਧ ਰੇਟ ਦੇ ਕੇ ਸਾਤੇ ਫਸਲ ਨੂੰ ਜ਼ਿਆਦਾ ਬਚਵਾ ਲੈਂਦਾ ਤੇ ਬਜਾ ਕੇ 3 ਸਾਲ ਸਾਨੂੰ ਲੁੱਟਦਾ ਰਹਿੰਦਾ। ਇਹੀ ਹਾਲ ਸਾਡੇ ਕੋਲ ਮੂੰਗੀ ਵਿੱਚ ਹੋਇਆ, ਇਹੀ ਹਾਲ ਸਾਡੇ ਮੱਕੀ ਵਿੱਚ ਹੋਇਆ, ਇਹੀ ਹਾਲ ਸਾਡੇ ਕੋਲ ਸੂਰਜਮੁਖੀ ਵਿੱਚ ਹੋਇਆ। ਅਸੀਂ ਤਾਂ ਬੀਜ ਸਾਂਭ ਕੇ ਦੇਖ ਲਿਆ। ਅਸੀਂ ਕਿਸਾਨ ਚਾਹੁੰਦਾ, ਕਿਸਾਨ ਤਿਆਰ ਆ ਡਾਰੀ ਵਰਗੀਫਿਕੇਸ਼ਨ ਕਰਨ ਨੂੰ, ਪਰ ਸਰਕਾਰ ਨੂੰ ਆਪਣੀ ਨੀਤ ਸਾਫ਼ ਕਰਨੀ ਚਾਹੀਦੀ ਹੈ। ਤੁਸੀਂ ਸਰਕਾਰ ਦੀ ਨੀਅਤ ਸਾਫ਼ ਕਰਨ ਦਾ ਵਾਰ-ਵਾਰ ਜ਼ਿਕਰ ਕਰ ਰਹੇ ਹੋ ਕਿ ਜਦੋਂ ਤੁਹਾਨੂੰ ਫਸਲਾਂ ਦੀ ਡਾਈਵਰਸਿਫਿਕੇਸ਼ਨ ਵਾਸਤੇ ਕਿਹਾ ਜਾਂਦਾ ਹੈ ਜਾਂ ਇਹ ਤੁਹਾਡੇ ਤੇ ਇਲਜ਼ਾਮ ਲਾ ਦਿੱਤਾ ਜਾਂਦਾ ਹੈ ਕਿ ਝੋਨੇ ਦੀ ਫਸਲ ਕਰਕੇ, 2 ਰਿਵਾਇਤੀ ਫਸਲਾਂ ਕਰਕੇ ਪੰਜਾਬ ਦੇ ਵਿੱਚ ਪਾਣੀ ਦਾ ਪੱਧਰ ਘਟ ਰਿਹਾ ਹੈ, ਪਰਾਲੀ ਦਾ ਮੁੱਦਾ ਵੀ ਉਸੇ ਕਰਕੇ ਹੋ ਰਿਹਾ ਹੈ, ਧੂਆਂ ਹੋ ਰਿਹਾ, ਪੋਲਿਊਸ਼ਨ ਹੋ ਰਿਹਾ ਜਦੋਂ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ। ਕਦੇ ਸਰਕਾਰ ਦੇ ਨਾਲ ਗੱਲਬਾਤ ਕੀਤੀ ਹੈ ਕਿ ਬਾਕੀ ਫਸਲਾਂ ਤੇ ਐਮਐਸਪੀ ਤਾਂ ਤੁਸੀਂ ਤੈਅ ਕੀਤੀ ਹੈ, ਸਾਨੂੰ ਦਿੰਦੇ ਨਹੀਂ, ਅਸੀਂ ਕੀ ਕਰੀਏ? ਕਦੇ ਹੋਏ ਹੋ ਆਮੋ ਸਾਹਮਣੇ ਜਿਸ ਤਰੀਕੇ ਨਾਲ ਹੁਣ ਕੇਂਦਰ ਸਰਕਾਰ ਨਾਲ ਹੋਏ? ਇੱਕ ਵਾਰ ਨਹੀਂ ਜੀ, ਬਹੁਤ ਵਾਰ ਕਰੀਆ। ਜਦੋਂ ਵੀ ਕੋਈ ਕੈਂਪ ਲੱਗਦਾ ਹੈ, ਖੇਤੀਬਾੜੀ ਮਹਿਕਮੇ ਦਾ ਕੈਂਪ ਲੱਗਦਾ, ਉੱਥੇ ਆਪਣਾ ਮਿਨਿਸਟਰ ਵੀ ਆਉਂਦਾ, ਉੱਥੇ ਵੀ ਵਾਰ-ਵਾਰ ਸਟੇਜਾਂ 'ਤੇ ਖੜ੍ਹ ਕੇ ਵੀ ਰੋਟੀ ਪਿੱਟੀ ਦਾ, ਕਹੀ ਦਾ, ਲਿਖਤੀ ਵੀ ਦਿੱਤਾ ਬਹੁਤ ਵਾਰ, ਪਰ ਸਰਕਾਰ ਅਣਗੌਲੇ ਕਰ ਦਿੰਦੀ ਹੈ। ਜਿੱਦਾਂ ਗੰਨੇ ਦੇ ਕੀਮਤਾਂ ਨੂੰ ਲੈ ਕੇ, ਬਕਾਇਆ ਰਾਸ਼ੀ ਨੂੰ ਲੈ ਕੇ ਲੰਘੇ ਦਿਨੀ ਬਹੁਤ ਵੱਡਾ ਜਿਹੜਾ ਪ੍ਰਦਰਸ਼ਨ ਹੋਇਆ ਹੈ, 4 ਦਿਨ ਜਿਹੜਾ ਪ੍ਰਦਰਸ਼ਨ ਚੱਲਦਾ ਰਿਹਾ, ਆਖਿਰਕਾਰ ਸਹਿਮਤੀ ਬਣੀ ਹੈ ਗੰਨੇ ਦੇ ਮੁੱਲ ਨੂੰ ਲੈ ਕੇ ਕਿ ਇਹਨਾਂ ਜਿਹੜੀ ਐਮਐਸਪੀ ਫਸਲਾਂ ਤੈਅ ਕੀਤੀ ਗਈ ਹੈ ਉਸ ਨੂੰ ਲੈ ਕੇ ਕੀ ਕੋਈ ਸਹਿਮਤੀ ਨਹੀਂ ਬਣ ਪਾਈ ਹਾਲੇ ਤੱਕ, ਜਾਂ ਜ਼ੋਰ ਹੀ ਨਹੀਂ ਪਾਇਆ ਗਿਆ, ਸਿਰਫ ਵਰਬਲੀ ਕਹਿ ਦਿੱਤਾ ਗਿਆ? ਸਰਕਾਰ ਪਾਇਆ ਤਾਂ ਹੈ, ਪਰ ਜਦੋਂ ਸਾਡੀ ਜਥੇਬੰਦੀਆਂ ਵੀ ਇਕੱਲੀਆਂ ਤੇ ਉਹਨਾਂ ਕਰਕੇ ਉਹਦੀ ਤਾਕਤ ਨਹੀਂ ਤੀ ਹੈਗੀ। ਪਰ ਹੁਣ ਸੰਯੁਕਤ ਕਿਸਾਨ ਮੋਰਚਾ ਬਣਨ ਕਰਕੇ ਤਾਕਤ ਬਹੁਤ ਜ਼ਿਆਦਾ ਵੱਧ ਗਈ ਆ। ਹੁਣ ਅਸੀਂ ਸਰਕਾਰ 'ਤੇ ਜ਼ੋਰ ਪਾ ਕੇ ਹੋਰ ਇੱਦਾਂ ਜਿੱਦਾਂ ਅੱਜ ਗੰਨੇ ਦਾ ਰੇਟ ਮਿਲਿਆ, ਇਸੇ ਤਰ੍ਹਾਂ ਅਸੀਂ ਦੂਸਰੀਆਂ ਫਸਲਾਂ ਦੀ ਵੀ ਜ਼ੋਰ ਪਾ ਕੇ ਜ਼ਰੂਰ ਆਪਣਾ ਹੱਕ ਲੈਣ ਦੀ ਕੋਸ਼ਿਸ਼ ਕਰਾਂਗੇ ਜ਼ਰੂਰ। ਔਰ 9 ਮਹੀਨੇ ਸੰਘਰਸ਼ ਤੇ ਹੋ ਚੁੱਕੇ ਨੇ, ਯਾਨੀ ਕਿ 11 ਮਹੀਨੇ ਜੇ ਗੱਲ ਕਰੀਏ ਓਵਰਆਲ ਪੰਜਾਬ ਦੇ ਵਿੱਚ ਸ਼ੁਰੂਆਤ ਹੋਈ ਸੀ, 11 ਮਹੀਨੇ ਹੋ ਚੁੱਕੇ ਨੇ। ਔਰ ਜੇ ਦਿੱਲੀ ਦੀ ਗੱਲ ਕਰੀਏ ਤਾਂ 9 ਮਹੀਨੇ ਹੋ ਚੁੱਕੇ ਨੇ ਨਾ। 11 ਮਹੀਨਿਆਂ 'ਚ ਪੰਜਾਬ ਦੇ ਵਿੱਚ ਔਰ 9 ਮਹੀਨੇ ਦਿੱਲੀ ਦੀਆਂ ਸਰਹੱਦਾਂ ਦੇ ਵਿੱਚ ਜ਼ਗ ਜ਼ਾਹਿਰ ਹੈ ਕਿ ਕਿਸ ਤਰੀਕੇ ਦਾ ਸਮਾਂ ਉੱਥੇ ਹੰਢਾਇਆ ਜਾ ਰਿਹਾ, ਕਿਸ ਤਰੀਕੇ ਦੇ ਐਲੀਗੇਸ਼ਨਸ ਵੀ ਫੇਸ ਕੀਤੇ ਨੇ। ਪਰ ਹਾਲੇ ਵੀ 11 ਦੌਰ ਦੀ ਮੀਟਿੰਗ ਤੋਂ ਬਾਅਦ ਚੁੱਪ ਬਣੀ ਹੋਈ ਹੈ। ਕੀ ਲੱਗਦਾ ਹੁਣ ਅੱਗੇ? ਦੇਖੋ ਜੀ, ਇਹ ਮੋਦੀ ਸਰਕਾਰ ਬਹੁਤ ਹਠੀ, ਬਹੁਤ ਅੜੀਅਲ ਤੇ ਸਾਰੇ ਦੇਸ਼ ਲਈ, ਇਹ ਮੈਂ ਇਕੱਲੇ ਪੰਜਾਬ ਲਈ ਨਹੀਂ ਕਹਿੰਦਾ ਵੀ ਸਾਡੇ ਪੰਜਾਬ ਲਈ ਹੈ, ਬਹੁਤ ਅੜੀਅਲ ਰਵੱਈਆ ਵਰਤ ਰਹੀ ਹੈ, ਜਿਹੜੇ ਕਿ ਦੇਸ਼ ਦੇ ਕਿਸਾਨਾਂ ਵਾਸਤੇ ਜਿਹੜੇ 3 ਕਾਲੇ ਕਾਨੂੰਨ ਇਹ ਲੈ ਕੇ ਆਈ ਹੈ ਇੰਡੀਆ ਦੇ ਵਿੱਚ, ਇਹ ਬਹੁਤ ਹੀ ਹਰ ਵਰਗ ਲਈ, ਇਕੱਲੇ ਕਿਸਾਨ ਲਈ ਨਹੀਂ, ਜਾਂ ਉਹ ਮਜ਼ਦੂਰ ਭਾਈਚਾਰਾ ਹੈ, ਜਾਂ ਕੋਈ ਦੁਕਾਨਦਾਰ ਹੈ, ਜਾਂ ਕੋਈ ਆੜਤੀ ਵੀਰ ਹੈ, ਜਾਂ ਜਿੰਨੇ ਵੀ ਚਾਹੇ ਤੁਸੀਂ ਵੀ ਹੋ, ਇਹ ਤੁਹਾਡੇ ਲਈ ਵੀ ਬੜਾ ਮਾੜਾ ਹੈ। ਇਹ 3 ਕਾਲੇ ਕਾਨੂੰਨ ਜਦੋਂ ਤੱਕ ਰੱਦ ਨਹੀਂ ਹੁੰਦੇ ਉਦੋਂ ਤੱਕ ਆਪਾਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਆ, ਆਪਾਂ ਵਾਪਸ ਨਹੀਂ ਆਵਾਂਗੇ। 3 ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਆਵਾਂਗੇ। ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਹੋ, ਲਗਾਤਾਰ ਗੱਲਬਾਤ ਹੁੰਦੀ ਰਹਿੰਦੀ ਆ, ਸੰਘਰਸ਼ ਦੇ ਵਿੱਚੋਂ ਵੀ ਕੁਝ ਨਾ ਕੁਝ ਉਤਾਰ ਚੜਾਵ ਜਿਹੜੇ ਨੇ ਵੇਖਣ ਨੂੰ ਮਿਲਦੇ ਰਹੇ ਨੇ, ਭਾਵੇਂ ਉਹ ਦਿੱਲੀ, ਭਾਵੇਂ ਉਹ ਲਾਲ ਕਿਲਾ ਹਿੰਸਾ ਮਾਮਲਾ ਹੋਵੇ, ਕਿਉਂਕਿ ਬਹੁਤ ਸਾਰੀਆਂ ਗੱਲਾਂ ਨੂੰ ਕਿਸਾਨਾਂ ਦੇ ਨਾਲ ਜੋੜਿਆ ਜਾ ਰਿਹਾ, ਭਾਵੇਂ ਉਹ ਜਬਰ ਜਨਾਹ ਦੇ ਮਾਮਲੇ ਹੋਣ। ਇੱਕ ਗੱਲ ਹੋਰ ਨਿਕਲ ਕੇ ਆਉਂਦੀ ਹੈ ਕਿ ਨੌਜਵਾਨਾਂ ਨੂੰ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਉਸ ਦੇ ਵੱਲੋਂ ਜਿਹੜਾ ਹੈ ਰਸਤਾ ਨਹੀਂ ਦਿੱਤਾ ਜਾ ਰਿਹਾ, ਸਹਿਯੋਗ ਨਹੀਂ ਦਿੱਤਾ ਜਾ ਰਿਹਾ, ਇਸ ਕਰਕੇ ਨੌਜਵਾਨ ਜਿਹੜੇ ਨੇ ਖਫਾ ਨੇ। ਕੀ ਕਹਿਣਾ ਚਾਹੋਗੇ ਇਸ ਖਬਰ ਦੇ ਬਾਰੇ, ਕਿੰਨੀ ਕੁ ਸੱਚਾਈ ਹੈ? ਜਿਵੇਂ ਤੁਸੀਂ ਕਿਹਾ ਵੀ ਸੰਘਰਸ਼ ਦੇ ਵਿੱਚ ਬੜੇ ਐਲੀਗੇਸ਼ਨ ਲੱਗੇ ਆ, ਇਹ ਤਾਂ ਸਭ ਤੋਂ ਪਹਿਲਾਂ ਹੀ ਰਾਏ ਸੀ ਭਾਜਪਾ ਸਰਕਾਰ ਨੇ ਜਾਂ ਉੱਥੇ ਦੇ ਬੜੇ ਧਨਾੜ ਲੋਕਾਂ ਨੇ, ਅਡਾਨੀ ਬਾਨੀਆਂ ਦੀਆਂ ਜਿਹੜੀਆਂ ਪਾਰਟੀਆਂ ਵੀ ਇਹ ਖਾੜਕੂ ਹੈ ਜਾਂ ਅੱਤਵਾਦੀਆਂ ਜਾਂ ਵੱਖਵਾਦੀਆਂ। ਉਹ ਤੋਂ ਬਾਅਦ ਉਹ ਨਸ਼ੇੜੀ ਵੀ ਕਿਹਾ ਗਿਆ, ਸਾਨੂੰ ਸਾਡੇ ਪੰਜਾਬ ਦੇ ਜਾਂ ਹਰਿਆਣੇ ਦੇ ਲੋਕਾਂ ਨੂੰ ਨਸ਼ੇੜੀ ਵੀ ਕਿਹਾ ਗਿਆ। ਪਰ ਉਹੀ ਨਸ਼ੇੜੀ ਜਾਂ ਕਹਿ ਲਓ ਜਿਹੜੇ ਉਹ ਕਹਿੰਦੇ ਆ, ਉਹੀ ਨੌਜਵਾਨ ਵੀਰ ਸਾਡੇ ਜਿਨ੍ਹਾਂ ਨੇ ਕਿ ਉਹਨਾਂ ਸਾਡੇ ਅੱਗੇ ਜਾਣ ਲਈ ਟੋਏ ਪੱਟੇ ਤੇ ਜਾਂ ਬੜੇ ਬੜੇ ਬੈਰੀਕੇਡ ਲਾਏ ਤੇ, ਹੱਥਾਂ ਗਲਾਏ ਚੱਕ ਕੇ ਪਾਸੇ ਰੱਖਤੇ ਤੇ, ਉਹ ਨਸ਼ੇੜੀ ਹੋਏ ਕਿ ਜਾਂ ਉਹ ਬਲਵਾਨ ਹੋਏ, ਉਹਨਾਂ ਨੂੰ ਇੱਕ ਕਿਸਮ ਦਾ ਬਹੁਤ ਬੜਾ ਇਨਾਮ ਦੇਣਾ ਬਣਦਾ, ਨਾ ਕਿ ਉਹਨਾਂ ਨੂੰ ਨਸ਼ੇੜੀ ਕਹਿਣਾ ਬਣਦਾ। ਇਹ ਐਲੀਗੇਸ਼ਨ ਤੋਂ ਦੂਰ ਹੈ। ਅਸੀਂ ਪੰਜਾਬ ਦੇ ਵਿੱਚ ਕੋਈ ਨੌਜਵਾਨ ਨਸ਼ਾ ਨਹੀਂ ਕਰਦਾ, ਕੋਈ ਨਸ਼ੇੜੀ ਨਹੀਂ ਹੈ। ਮੇਰਾ ਸਵਾਲ ਸਰ ਇਹ ਹੈ ਕਿ ਹੁਣ ਇੱਕ ਖਬਰਾਂ ਜਿਹੜੀਆਂ ਨੇ ਨਿਕਲ ਕੇ ਸਾਹਮਣੇ ਆਉਂਦੀਆਂ ਰਹੀਆਂ ਨੇ ਕਿ ਸੰਯੁਕਤ ਕਿਸਾਨ ਮੋਰਚਾ ਦੀ ਜਿਹੜੀ ਅਗਵਾਈ ਆ ਉਮਰ ਦਰਾਜ਼ ਕਰ ਰਹੇ ਨੇ ਤਜਰਬੇਕਾਰ ਜਿਹੜੇ ਲੋਕ ਨੇ, ਜਿਵੇਂ ਬਲਬੀਰ ਸਿੰਘ ਰਾਜੇਵਾਲ ਹੋ ਗਏ, ਜੋਗਿੰਦਰ ਸਿੰਘ ਉਗਰਾਹਾ ਹੋ ਗਏ, ਜਿਨ੍ਹਾਂ ਨੇ ਜ਼ਿੰਦਗੀ ਦਾ ਤਜਰਬਾ ਹੰਢਾਇਆ ਹੈ। ਔਰ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਨੌਜਵਾਨਾਂ ਦੀ ਗੱਲ ਉੱਥੇ ਸੁਣੀ ਨਹੀਂ ਜਾਂਦੀ, ਨੌਜਵਾਨਾਂ ਨੂੰ ਅਗਵਾਈ ਜਿਹੜੀ ਹੈ ਸਹੀ ਤਰੀਕੇ ਨਾਲ ਦਿੱਤੀ ਨਹੀਂ ਜਾਂਦੀ, ਨੌਜਵਾਨ ਜਿਹੜੇ ਨੇ ਨਾਰਾਜ਼ ਨੇ। ਦੇਖੋ ਜੀ, ਸੰਯੁਕਤ ਮੋਰਚਾ ਜਿਹੜਾ ਬਣਿਆ ਸਾਡਾ 32 ਕਿਸਾਨ ਯੂਨੀਅਨਾਂ ਦਾ, ਵੀ ਉਹਦੇ ਵਿੱਚ ਚਾਹੇ ਮੈਂ ਵੀ ਨੌਜਵਾਨ ਹੈ, ਇਹ ਮੇਰੇ ਪਿਤਾ ਸਮਾਨ ਹੈ, ਸਾਡੇ ਪ੍ਰਧਾਨ ਹੈ ਰੋਪੜ ਡਿਸਟ੍ਰਿਕਟ ਦੇ,
ਮੁੰਡੀਆਂ ਸਾਹਿਬ, ਸਾਡੇ ਸਾਰਿਆਂ ਦੇ ਸਲਾਹ ਗੱਲ ਜੋ ਗੱਲ ਹੋ ਰਹੀ ਹੈ, ਨੌਜਵਾਨਾਂ ਦੀ ਕਹਿ ਲਓ, ਸਾਤੋਂ ਛੋਟੇ ਬੱਚੇ ਵੀ ਆ, ਉਹਨਾਂ ਦੀ ਸਲਾਹ ਗੱਲ ਸਾਰਾ ਮਸਲਾ ਹੋ ਰਿਹਾ। ਕੋਈ ਨੌਜਵਾਨਾਂ ਨੂੰ ਇਗਨੋਰ ਨਹੀਂ ਕਰਿਆ ਜਾਂਦਾ ਜਾਂ ਨੌਜਵਾਨਾਂ ਦੀ ਨਹੀਂ ਸੁਣੀ ਜਾਂਦੀ, ਬਿਲਕੁਲ ਨਹੀਂ। ਜੋ 32 ਕਿਸਾਨ ਯੂਨੀਅਨ ਜਾਂ ਸੰਯੁਕਤ ਮੋਰਚਾ ਹੈ, ਉਹਦੇ ਝੰਡੇ ਥੱਲੇ ਅਸੀਂ ਸਾਰਾ ਕੰਮ ਕਰਦੇ ਹਾਂ, ਉਹੀ ਚੱਲੂਗਾ, ਉਹੀ ਫਤਿਹ ਕਰੂਗਾ ਮੋਰਚਾ ਸਾਡਾ ਇਹ। ਬਹੁਤ ਸਾਰੇ ਆਲੋਚਕ ਇਹ ਕਹਿੰਦੇ ਨੇ ਕਿ ਜਿਹੜੇ ਸੰਯੁਕਤ ਕਿਸਾਨ ਮੋਰਚਾ ਆਪਣੇ ਪਿੱਛੇ ਨੌਜਵਾਨਾਂ ਨੂੰ ਲਾ ਕੇ ਲੈ ਜਾਂਦੇ ਨੇ, ਉੱਥੇ ਕੋਈ ਨਾ ਕੋਈ ਹਰਕਤ ਹੋ ਜਾਂਦੀ ਹੈ, ਉਹਨਾਂ ਦੇ ਪਰਚੇ ਦਰਜ ਹੋ ਜਾਂਦੇ ਨੇ, ਫਿਰ ਉਹਨਾਂ ਦੀ ਸੁਣਵਾਈ ਕਰਨ ਤੱਕ ਥਾਣੇ ਨਹੀਂ ਜਾਂਦੇ। ਬਹੁਤ ਵੱਡਾ ਇਲਜ਼ਾਮ ਲੱਗਦਾ ਰਿਹਾ ਸੰਯੁਕਤ ਕਿਸਾਨ ਮੋਰਚਾ ਤੇ। ਨਹੀਂ, ਜਿਹੜੇ ਕਿਸਾਨਾਂ ਦੇ ਨਾਲ ਜਥੇਬੰਦੀਆਂ ਨਾਲ ਕਿਸਾਨ ਜਾਂਦੇ ਆ, ਉਹਨਾਂ ਦੀ ਪੂਰੀ ਸੁਣਵਾਈ ਕਰਦਾ ਸੰਯੁਕਤ ਕਿਸਾਨ ਮੋਰਚਾ। ਜਿਹੜੇ ਆਪ ਮੁਹਾਰੇ ਅਲੱਗ ਕਿਸਾਨਾਂ ਦੇ ਕਹਿਣ ਤੇ ਬਾਹਰ ਆਪ ਮੁਹਾਰੇ ਚੱਲਦੇ ਆ, ਉਹ ਆਪਣੀ ਜਿਹੜੀ ਕਾਰਵਾਈ ਕਰਦੇ ਆ ਉਹਦੇ ਆਪ ਜ਼ਿੰਮੇਵਾਰ ਹੈ। ਜੋ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਸੰਯੁਕਤ ਕਿਸਾਨ ਮੋਰਚਾ ਉਹਨਾਂ ਨੂੰ ਬੁਲਾਉਂਦਾ, ਜੇ ਕੋਈ ਗੱਲਬਾਤ ਹੁੰਦੀ ਹੈ ਤਾਂ ਉਹਦੀ ਪੂਰੀ ਹਰ ਕਿਸਮ ਦੀ ਮਦਦ ਸਰਕਾਰ ਦੇ ਥਰੂ, ਚਾਹੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ, ਚਾਹੇ ਸੰਯੁਕਤ ਕਿਸਾਨ ਮੋਰਚਾ ਹੋਵੇ, ਤਾਂ ਉਹਦੀ ਪੂਰੀ ਮਦਦ ਕਰੀ ਜਾਂਦੀ ਹੈ। ਮਾਫ ਕਰਨਾ, ਕਿਸਾਨ ਲੀਡਰ ਜੋਗਿੰਦਰ ਸਿੰਘ ਉਗਰਾਹਾ ਤੇ ਡਾਕਟਰ ਦਰਸ਼ਨਪਾਲ ਉਹ ਸੰਬੋਧਨ ਕਰ ਰਹੇ ਸੀ ਸਟੇਜ ਤੋਂ। ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਸਿਰਫ ਭਾਜਪਾ ਦਾ ਵਿਰੋਧ ਹੋਏਗਾ, ਹੋਰ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਜਿਹੜਾ ਵਿਰੋਧ ਹੈ ਉਹ ਨਹੀਂ ਹੋਏਗਾ, ਜਦਕਿ ਪੰਜਾਬ ਦੇ ਵਿੱਚ ਸਾਰੀਆਂ ਪਾਰਟੀਆਂ ਦਾ ਵਿਰੋਧ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਜਾ ਰਿਹਾ। ਉਹ ਕਹਿੰਦੇ ਨੇ ਕਿ ਜੇ ਬਾਕੀ ਪਾਰਟੀਆਂ ਦਾ ਵਿਰੋਧ ਹੋਏਗਾ ਤਾਂ ਇਸ ਦੇ ਨਾਲ ਭਾਜਪਾ ਨੂੰ ਬਲ ਮਿਲੇਗਾ। ਜਿਹੜਾ ਸੰਯੁਕਤ ਕਿਸਾਨ ਮੋਰਚੇ ਨੇ ਕਰਿਆ ਵੀ ਭਾਜਪਾ ਦਾ ਜਿਹੜਾ ਜ਼ਿਲ੍ਹਾ ਪੱਧਰ ਤੇ ਉੱਪਰ ਦਾ ਲੀਡਰ ਹੈ, ਉਹਦਾ ਵਿਰੋਧ ਕਰਨਾ ਬਹੁਤ ਸਹੀ ਫੈਸਲਾ, ਤਾਂ ਕਿ ਸਾਡੇ ਪਿੰਡਾਂ ਵਿੱਚ ਹਰੇਕ ਕਿਸਮ ਦਾ ਰਾਜਨੀਤਿਕ ਬੰਦਾ ਉਹ ਪਿੰਡਾਂ ਵਿੱਚ ਵੱਸਦਾ। ਜੇ ਅਸੀਂ ਉਹ ਚੱਕਰ 'ਚ ਫਸ ਜਾਂਦੇ ਹਾਂ ਤਾਂ ਸਾਡਾ ਜਿਹੜੇ ਪਿੰਡ ਹੈ ਉਹ ਦਫਾੜ ਹੋ ਜਾਣਗੇ, ਅੱਧੇ ਇੱਧਰ ਪਾਸੇ ਹੋ ਜਾਣਗੇ, ਅੱਧੇ ਦੂਏ ਪਾਸੇ ਹੋ ਜਾਣਗੇ, ਸਾਡਾ ਜਿਹੜਾ ਸੰਘਰਸ਼ ਹੈ ਉਹ ਕਮਜ਼ੋਰ ਹੋ ਜਾਊਗਾ। ਇਹ ਬਹੁਤ ਵਧੀਆ ਫੈਸਲਾ ਸਾਡੀ ਸੀਨੀਅਰ ਲੀਡਰਸ਼ਿਪ ਨੇ ਲਿਆ। ਪਰ ਕੁਝ ਖੇਤਰੀ MLA, ਚਾਹੇ ਉਹ ਕਾਂਗਰਸ ਦੇ ਆ, ਚਾਹੇ ਉਹ ਅਕਾਲੀ ਦਲ ਦੇ ਆ, ਚਾਹੇ ਆਪ ਦੇ ਆ, ਜੇ ਉਹ ਸਾਡੇ ਸੰਯੁਕਤ ਕਿਸਾਨ ਮੋਰਚੇ ਨੂੰ ਪਿਛਲੇ ਪਾਸੇ ਨੂੰ ਢਹਿੰਦੀ ਕਲਾ 'ਚ ਉਹਨੂੰ ਸੰਨ ਲਾਉਣ ਦੀ ਕੋਸ਼ਿਸ਼ ਕਰਨਗੇ ਤਾਂ ਅਸੀਂ ਉਹਦਾ ਵੀ ਵਿਰੋਧ ਕਰਾਂਗੇ। ਮੋਰਚਾ ਬੇਹੱਦ ਜ਼ੋਰ ਫੜ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਲਗਾਤਾਰ ਜਿਹੜਾ ਕਿਸਾਨੀ ਸੰਘਰਸ਼ ਹੈ ਉਸਨੇ ਜ਼ੋਰ ਫੜਿਆ ਹੋਇਆ ਹੈ, ਪਰ ਹੁਣ ਇਲੈਕਸ਼ਨਸ ਦਾ ਜਿਹੜਾ ਦੌਰ ਹੈ ਉਹ ਵੀ ਪੰਜਾਬ ਦੇ ਵਿੱਚ ਆਉਣ ਵਾਲਾ ਹੈ। ਹੁਣ ਅਸਲੀ ਪਤਾ ਹੋਣ ਲੱਗਣਾ ਹੈ ਕਿ ਵਾਕਈ ਸਰਕਾਰਾਂ ਦਾ ਵਿਰੋਧ, ਕਿਉਂਕਿ ਪਿੱਛੇ ਭੱਜ ਕੇ ਇਹ ਵਿਰੋਧ ਬਹੁਤ ਜਤਾਇਆ ਵੇਖਿਆ ਜਾ ਰਿਹਾ, ਬਹੁਤ ਸਾਰੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ, ਪਰ ਜਦੋਂ EVM ਮਸ਼ੀਨ ਦੇ ਉੱਪਰ EVM ਦਾ ਬਟਨ ਦੱਬਿਆ ਜਾਏਗਾ ਉਦੋਂ ਅਸਲੀ ਪਤਾ ਲੱਗੇਗਾ ਕਿ ਵਾਕਈ ਜਿਹੜੇ ਕਿਸਾਨ ਨੇ ਉਹ ਖੜੇ ਹੋਏ ਨੇ, ਜਾਂ ਵਾਕਈ ਲੋਕਾਂ ਨੂੰ ਜਿਹੜੀ ਸਮਝ ਹੈ ਉਹ ਆ ਚੁੱਕੀ ਹੈ। ਕਿ ਹੁਣ ਇਲੈਕਸ਼ਨਸ ਦੇ ਵੇਲੇ ਵੀ ਇਹ ਜੋਸ਼ ਬਰਕਰਾਰ ਰਹੇਗਾ, ਜਾਂ ਫਿਰ ਘਰ ਤੋਂ ਹੀ ਪੋਲਿੰਗ ਬੂਥ ਤੱਕ ਜਾਂਦੇ ਇਹ ਸਾਰਾ ਕੁਝ ਸਾਫ਼ ਹੋ ਜਾਏਗਾ? ਨਹੀਂ, ਜੋ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਦਿੱਤੀ ਵੀ ਹੈ ਵੀ ਹਜੇ ਕਿਸੇ ਵੀ ਸਿਆਸੀ ਪਾਰਟੀ ਦੇ ਨਾਲ ਨਹੀਂ ਤੁਰਨਾ, ਨਾ ਅਸੀਂ ਉਹਨਾਂ ਨੂੰ ਵੋਟ ਪਾਉਣੀ ਆ, ਹਜੇ ਟਾਈਮ ਲੰਬਾ ਪਿਆ, ਹਜੇ ਘੱਟੋ ਘੱਟ 6 ਮਹੀਨੇ ਦਾ ਸਮਾਂ ਪਿਆ ਇਲੈਕਸ਼ਨ ਆਉਣ 'ਚ। ਜਦ ਤੱਕ ਸਰਕਾਰ ਝੁਕੂਗੀ, ਕਿਸਾਨਾਂ ਦੀਆਂ ਮੰਗਾਂ ਮੰਨ ਹੋਣਗੀਆਂ, ਫਿਰ ਉਹ ਤੋਂ ਬਾਅਦ ਜੋ ਸਾਡੇ ਸੀਨੀਅਰ ਲੀਡਰਸ਼ਿਪ ਹੈ ਜੋ ਸਾਨੂੰ ਕਹੋਗੇ ਅਸੀਂ ਉਹਦੇ ਹਿਸਾਬ ਨਾਲ ਹੀ ਅਗਲੀ ਕਾਰਵਾਈ ਕਰੂੰਗੇ। ਯਾਨੀ ਕਿ ਤੁਸੀਂ ਵੀ ਪਿੰਡਾਂ 'ਚ ਰਹਿੰਦੇ ਹੋ, ਬਹੁਤ ਲੰਬਾ ਤਜਰਬਾ ਹੈ ਤੁਹਾਡਾ ਵੀ, ਕੀ ਲੱਗਦਾ ਹੈ ਤੁਹਾਨੂੰ ਕਿ ਵੋਟ ਪਾਉਣ ਤੋਂ ਪਹਿਲਾਂ ਸੋਚਣਾ ਚਾਹੀਦਾ? ਕਿਉਂਕਿ ਹਰੇਕ ਫੈਸਲਾ ਸੰਯੁਕਤ ਕਿਸਾਨ ਮੋਰਚੇ ਨੇ ਤਾਂ ਕਰਨਾ ਨਹੀਂ ਹੈ, ਵੋਟ ਦਾ ਅਧਿਕਾਰ ਤਾਂ ਸਾਡਾ ਆਪਣਾ ਹੈ ਨਾ, ਵੋਟ ਤਾਂ ਅਸੀਂ ਆਪ ਹੀ ਪਾਉਣੀ ਹੈ। ਤੁਹਾਨੂੰ ਆਪਣਾ, ਤੁਹਾਡੀ ਇੰਡੀਵਿਜੂਅਲ ਥਿੰਕਿੰਗ ਕੀ ਹੈ ਵੋਟ ਨੂੰ ਲੈ ਕੇ, ਜੋ ਹਾਲਾਤ ਬਣੇ ਹੋਏ? ਨਹੀਂ, ਜਿੰਨੀ ਦੇਰ ਸਾਡੇ ਇਹ ਕਾਨੂੰਨ ਰੱਦ ਨਹੀਂ ਹੁੰਦੇ ਹੈਗੇ ਉਨੀ ਦੇਰ ਅਸੀਂ ਵੋਟ ਬਾਰੇ ਸੋਚਣਾ ਨਹੀਂ ਹੈਗਾ। ਪਰ ਜੇ ਇਲੈਕਸ਼ਨ ਆ ਵੀ ਜਾਂਦੀ ਹੈ ਤਾਂ ਅਸੀਂ ਜਿਹੜਾ ਚੰਗਾ ਉਮੀਦਵਾਰ ਹੈ ਅਸੀਂ ਉਹਨੂੰ ਦੇਖ ਕੇ ਵੋਟ ਪਾਉਂਗੇ, ਨਾ ਕਿਸੇ ਪਾਰਟੀਬਾਜ਼ੀ ਨੂੰ ਵੋਟ ਪਾਉਂਗੇ। ਜਿਹੜਾ ਸਾਨੂੰ ਵਧੀਆ ਲੱਗੋ, ਸਾਡਾ ਉਮੀਦਵਾਰ ਵਧੀਆ ਕਿਸਾਨੀ ਦੇ ਹੱਕ ਦੇ ਵਿੱਚ ਖੜਦਾ, ਸੰਯੁਕਤ ਕਿਸਾਨ ਮੋਰਚੇ ਨਾਲ ਚੱਲਦਾ ਹੈ, ਅਸੀਂ ਉਹਨੂੰ ਵੋਟ ਪਾਉਂਗੇ। ਅਸੀਂ ਦੂਸਰੇ ਨੂੰ ਕਾਹਤੇ ਵੋਟ ਪਾਉਂਗੇ? ਜੇ ਸਾਨੂੰ ਲੱਗੂਗਾ ਵੀ ਸਾਨੂੰ ਕੋਈ ਵੀ ਉਮੀਦਵਾਰ ਪਸੰਦ ਨਹੀਂ ਹੈਗਾ ਤਾਂ ਅਸੀਂ ਨੋਟਾਂ ਦਾ ਬਟਨ ਦਬਾ ਦੇਂਗੇ। ਵੋਟਾਂ ਦੇ ਨੇੜੇ ਤਾਂ ਹੁਣ ਬਹੁਤ ਸਾਰੇ ਲੀਡਰਸ ਲਾਹਾ ਲੈਣ ਲਈ ਆ ਰਹੇ ਨੇ, ਬਹੁਤ ਸਾਰੇ ਤੁਹਾਡੇ ਹੱਕ ਦੇ ਵਿੱਚ ਬੋਲ ਰਹੇ ਨੇ, ਬਹੁਤ ਸਾਰੇ ਸਮਰਥਨ 'ਚ ਬੋਲ ਰਹੇ ਨੇ, ਕਿਉਂਕਿ ਹੁਣ ਵੋਟਾਂ ਨੇੜੇ ਆ ਰਹੀਆਂ ਨੇ। ਅਜਿਹੇ ਦੇ ਵਿੱਚ ਪਛਾਣ ਕਿਵੇਂ ਹੋਏਗੀ ਕਿ ਵਾਕਈ ਸਮਰਥਨ ਕੀਤਾ ਜਾ ਰਿਹਾ ਹੈ ਜਾਂ ਵੋਟਾਂ ਬਟੋਰੀਆਂ ਜਾ ਰਹੀਆਂ? ਨਹੀਂ, ਸਾਨੂੰ 11 ਮਹੀਨੇ ਹੋ ਗਏ ਸੰਘਰਸ਼ ਕਰਦੇ ਨੇ, 2 ਮਹੀਨੇ ਅਸੀਂ ਰੇਲਵੇ ਲਾਈਨ ਤੇ ਬੈਠ ਰਹੇ ਹਾਂ, 9 ਮਹੀਨੇ ਦਿੱਲੀ ਬੈਠੇ ਨੇ, 10 ਮਹੀਨਾ ਚੱਲ ਪਿਆ ਕੱਲ ਤੇ। ਸਾਨੂੰ ਹੁਣ ਤੱਕ ਪਤਾ ਹੀ ਲੱਗੇ ਵੀ ਸਾਡੇ ਨਾਲ ਕਿਹੜੀ ਸਰਕਾਰ ਦੇ ਬੰਦੇ ਆ ਜਾਂ ਕਿਹੜੀ ਪਾਰਟੀ ਦੇ ਬੰਦੇ ਸਾਡੇ ਨਾਲ ਖੜਦੇ ਆ, ਸਾਨੂੰ ਹੁਣ ਤੱਕ ਪਤਾ ਨਹੀਂ ਲੱਗਿਆ। ਸਾਨੂੰ ਸਭ ਕੁਝ ਪਤਾ ਹੈ ਵੀ ਸਾਡੇ ਨਾਲ ਕੌਣ ਖੜਿਆ ਕੌਣ ਨਹੀਂ ਖੜਿਆ। ਅਸੀਂ ਅੱਗੇ ਸੋਚੂਗੇ ਵੀ ਅਸੀਂ ਕਿਹਦੇ ਨਾਲ ਜਾਣਾ। ਅਸੀਂ ਕੋਈ ਗੱਲ ਦੱਸਦੇ ਨਹੀਂ ਅਜੇ ਵੀ ਅਸੀਂ ਕਿਹਦੇ ਨਾਲ ਜਾਣਾ, ਸਮਾਂ ਆਉਣ ਤੇ ਦੱਸਾਂਗੇ ਵੀ ਅਸੀਂ ਕਿਹੜੀ ਪਾਰਟੀ ਨਾਲ। ਸਾਨੂੰ ਇਕੱਲੇ ਜੇ ਵੀ ਪਾਰਟੀਆਂ ਦੇ ਲੀਡਰ ਆ, ਸਾਨੂੰ ਸਾਰਿਆਂ ਦਾ ਪਤਾ ਹੈ ਵੀ ਕੌਣ ਕਿੰਨੇ ਪਾਣੀ 'ਚ ਹੈ, ਕੌਣ ਕਿੰਨੇ ਪਾਣੀ 'ਚ ਹੈ। ਅਸੀਂ ਉਹ ਮੌਕੇ ਪਰ ਜਾ ਕੇ ਫੈਸਲਾ ਕਰੂੰਗੇ। ਹੁਣ ਜਿਸ ਦੌਰ ਤੇ ਸੰਘਰਸ਼ ਜਿਹੜਾ ਪਹੁੰਚਿਆ ਹੋਇਆ ਹੈ, ਅੱਗੇ ਕੀ ਲੱਗਦਾ ਹੈ? ਕਿਉਂਕਿ 9 ਮਹੀਨੇ ਦਾ ਸਮਾਂ ਆਲਰੇਡੀ ਹੋ ਚੁੱਕਾ ਹੈ, ਕਰਦੇ ਕਰਾਂਦੇ ਪਹਿਲਾਂ ਮੀਟਿੰਗਸ ਹੋਈਆਂ, ਹੁਣ ਮੀਟਿੰਗਸ ਵੀ ਨਹੀਂ ਹੋ ਰਹੀਆਂ, ਹੁਣ ਬਿਲਕੁਲ ਦੋਨੋਂ ਧਿਰਾਂ ਚੁੱਪ ਨੇ। ਹਾਲਾਂਕਿ ਕਿਸਾਨਾਂ ਨੇ ਆਪਣਾ ਪੂਰਾ ਜਿਹੜਾ ਮੋਰਚਾ ਹੈ ਗੱਡਿਆ ਹੋਇਆ, ਪਰ ਸਰਕਾਰ ਦੇ ਵੱਲੋਂ ਹਾਲੇ ਕੋਈ ਵੀ ਮਿਹਰ ਦੀ ਨਿਗਾਹ ਜਿਹੜੀ ਨਹੀਂ ਕੀਤੀ ਜਾ ਰਹੀ। ਹਾਲਾਂਕਿ ਗੰਨੇ ਦੇ ਮੁੱਲ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਹੈ ਕਿ ਇਸ ਨੂੰ ਪੋਜ਼ਿਟਿਵ ਸਾਈਨ ਮੰਨਦੇ ਹੋ ਜਾਂ ਫਿਰ ਸਿਆਸਤ ਮੰਨਦੇ ਹੋ? ਨਹੀਂ, ਇਹ ਤੁਹਾਨੂੰ ਭੁਲੇਖਾ ਹੈ ਵੀ ਸਰਕਾਰ ਗੱਲ ਨਹੀਂ ਕਰਦੀ।
ਭਾਵੇਂ ਸਾਡੀਆਂ 11 ਮੀਟਿੰਗਾਂ ਹੋ ਚੁੱਕੀਆਂ ਪਰ ਸਰਕਾਰ ਅੰਦਰੇ ਖਾਤੇ ਪਿਛਲੇ ਬੂਹੇ ਰਾਹੀਂ ਸਾਡੇ ਨਾਲ ਸੰਪਰਕ ਕਰ ਰਹੀ ਆ ਵੀ ਤੁਸੀਂ ਦੱਸੋ ਕਿਆ ਕਰਨਾ ਕਿਆ ਨਹੀਂ ਕਰਨਾ। ਹੁਣ ਵੀ ਜਿਹੜੀ ਲੇਟੈਸਟ ਖਬਰ ਆ, ਜਿਹੜਾ ਸਾਡਾ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਜੀ ਆ, ਉਹਨਾਂ ਨੇ ਪ੍ਰਪੋਜ਼ਲ ਬਣਾ ਕੇ ਅਮਿਤ ਸ਼ਾਹ ਨੂੰ ਭੇਜੀ ਵੀ ਹੈ। ਜਦੋਂ ਅਮਿਤ ਸ਼ਾਹ ਤੇ ਪ੍ਰਪੋਜ਼ਲ ਪਾਸ ਹੋ ਗਈ ਆ ਗਈ ਤਾਂ ਉਹਨਾਂ ਨੇ ਸਾਡੇ ਨਾਲ ਗੱਲਬਾਤ ਦਾ ਜਿਹੜਾ ਰਸਤਾ ਹੈ ਉਹ ਖੁੱਲ੍ਹ ਜੂਗਾ, ਗੱਲਬਾਤ ਹੋ ਜੂਗੀ, ਪ੍ਰਪੋਜ਼ਲ ਸਾਡੇ ਕੋਲ ਆ ਜੂਗੀ। ਜੇ ਸਾਨੂੰ ਮਨਜ਼ੂਰ ਹੋ ਗਈ ਅਸੀਂ ਗੱਲਬਾਤ ਕਰਾਂਗੇ, ਕੋਈ ਨਾ ਕੋਈ ਹੱਲ ਨਿਕਲੂਗਾ। ਸਰਕਾਰ ਵੀ ਚਾਹੁੰਦੀ ਹੈ ਵੀ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦਾ ਹੱਲ ਨਿਕਲ ਜਾਵੇ, ਨਹੀਂ ਤਾਂ ਹੁਣ 5 ਤਰੀਕ ਨੂੰ ਸਾਡੀ ਮੁਜ਼ੱਫਰਨਗਰ ਬਹੁਤ ਵੱਡੀ ਅਸੀਂ ਯੂਪੀ 'ਚ ਰੈਲੀ ਕਰ ਰਹੇ ਹਾਂ, ਉਹਦੇ ਸਰਕਾਰ ਨੂੰ ਪਤਾ ਲੱਗ ਜੂਗਾ ਵੀ ਕਿਆ ਭਾਅ ਬੀਤਦੀ ਹੈ, ਕਿਵੇਂ ਕਰਦੀ ਹੈ ਸਰਕਾਰ। ਉਹ ਮਜਬੂਰ ਹੋ ਕੇ ਸਾਡੇ ਕਾਨੂੰਨ ਜਿਹੜੇ ਇਹਨੂੰ ਰੱਦ ਕਰੂਗੀ, ਨਹੀਂ ਤਾਂ ਅਸੀਂ 2024 ਤੱਕ ਬੈਠੇ ਆ। 2024 ਵਿੱਚ ਭਾਜਪਾ ਨੂੰ ਦੱਸ ਦੇਂਗੇ ਜਿਵੇਂ ਕਾਂਗਰਸ ਦਾ ਸਫਾਇਆ ਹੋਇਆ, ਐਦਾਂ ਹੀ ਭਾਜਪਾ ਦਾ ਵੀ ਸਫਾਇਆ ਹੋਊਗਾ। ਐਮਐਸਪੀ ਨੂੰ ਲੈ ਕੇ ਲਗਾਤਾਰ ਸੁਣਨ ਚ ਆ ਰਿਹਾ ਹੈ ਕਿ ਐਮਐਸਪੀ ਜਿਹੜੀ ਯਕੀਨੀ ਬਣਾਈ ਜਾਵੇ। ਸਰਕਾਰ ਕਹਿ ਰਹੀ ਹੈ ਕਿ ਐਮਐਸਪੀ ਜਾਰੀ ਸੀ ਤੇ ਜਾਰੀ ਰਹੇਗੀ। ਜੇ ਪ੍ਰਪੋਜ਼ਲ ਤੇ ਗੱਲਬਾਤ ਹੁੰਦੀ ਹੈ, ਐਮਐਸਪੀ ਦੀ ਗਾਰੰਟੀ ਦਿੱਤੀ ਜਾਂਦੀ ਹੈ ਤਾਂ ਸੰਤੁਸ਼ਟ ਹੋ ਜਾਓਗੇ? ਹਾਂ, ਕਾਫੀ ਹੱਦ ਤੱਕ ਫਰਕ ਪਊਗਾ। ਲਾਜ਼ਮੀ ਇਹ ਗੱਲ ਦਾ ਸੰਤੁਸ਼ਟੀ ਹੈਗੀ ਜੇ ਐਮਐਸਪੀ ਸਹੀ ਕਾਨੂੰਨ ਬਣਾ ਕੇ ਲਾਗੂ ਕਰ ਦਿੱਤੀ ਜਾਵੇ ਤੇ RP +2 C+2 +50% ਮੁਨਾਫੇ ਨਾਲ ਦਿੱਤੀ ਜਾਵੇ ਤਾਂ ਤਸੱਲੀ ਹੈਗੀ। ਕੋਈ ਗੱਲ ਨਹੀਂ, ਠੀਕ ਗੱਲ ਆ, ਅੱਛੀ ਗੱਲ ਆ ਅੱਜ ਦੇ ਨਾਲ। ਹਾਂਜੀ, ਇਸ ਤਰ੍ਹਾਂ ਗੰਨੇ ਦੇ ਰੇਟਾਂ ਦੇ ਵਿੱਚ ਵਾਧਾ ਕੀਤਾ ਗਿਆ। ਪਹਿਲਾਂ ਪੰਜਾਬ ਸਰਕਾਰ ਨੇ ਕੀਤਾ, ਉਸ ਤੋਂ ਬਾਅਦ ਦੂਜੇ ਦਿਨ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਐਲਾਨ ਕਰਤਾ ਹੈ ਕਿ 290 ਰੁਪਏ ਪ੍ਰਤੀ ਕੁਇੰਟਲ ਜਿਹੜੇ ਗੰਨੇ ਦੇ ਭਾਅ ਨੇ ਉਹ ਮਿਲਣਗੇ। ਕੀ ਲੱਗਦਾ ਹੈ ਕਿ ਵਾਕਈ ਫਾਇਦਾ ਮਿਲਣ ਵਾਲਾ ਹੈ ਕੇਂਦਰ ਸਰਕਾਰ ਦੀ ਇਸ ਨੀਤੀ ਦੇ ਨਾਲ? ਕੁਝ ਫਾਇਦਾ ਤਾਂ ਹੋਇਆ ਜ਼ਰੂਰ ਹੈ ਵੀ, ਪਰ ਜਾਇਜ਼ ਬੜਾ ਮੁਸ਼ਕਲ ਨਾਲ ਦਿੱਤਾ, ਜਾਇਜ਼ ਦਿੱਤਾ, 4 ਸਾਲਾਂ ਬਾਅਦ ਦਿੱਤਾ, ਕਿਉਂਕਿ ਰੇਟ ਤਾਂ ਸਾਡਾ ਪਹਿਲਾਂ ਬਣਦਾ ਸੀ। ਇਹ ਹਰ ਸਾਲ ਸਾਨੂੰ 10-15 ਰੁਪਏ ਘੱਟੋ ਘੱਟ ਰੇਟ ਵੱਧਦੇ ਰਹੇ ਤਾਂ ਦੇਖੋ ਕਿੰਨੇ ਲੱਖ ਕੁਇੰਟਲ ਗੰਨਾ ਪੀੜਦੀ ਆ। ਹਰ ਸਾਲ ਸਾਨੂੰ ਇਹਨਾਂ ਘਾਟਾ ਪੈਂਦਾ ਰਿਹਾ, ਪਹਿਲਾਂ 4 ਸਾਲ ਘਾਟਾ। ਇਹੀ ਤਾਂ ਸਰਕਾਰਾਂ ਦੀਆਂ ਪਾਲਿਸੀਆਂ, ਕਈ ਸਾਲ ਲੁੱਟੀ ਜਾਣਾ ਫਿਰ 1 ਸਾਲ ਥੋੜ੍ਹਾ ਦੇ ਦੇਣਾ ਗੰਨਾ ਬਚਾਉਣ ਵਾਸਤੇ। ਗੰਨਾ ਲੋਕਾਂ ਨੇ ਦੁਖੀ ਹੋ ਕੇ ਪੱਟ ਦਿੱਤਾ ਤਾ, ਹੁਣ ਗਾਹਾਂ ਨੂੰ ਗੰਨਾ ਬਚਾਉਣ ਵਾਸਤੇ ਤਾਂ ਇਹਨਾਂ ਨੇ ਤਾਂ ਮਜਬੂਰ ਪਾ ਦਿੱਤਾ। ਪਰ ਉਹਦੇ ਨਾਲ ਥੋੜ੍ਹਾ ਜਿਹਾ ਜਾਇਜ਼ ਬਣਿਆ ਵੀ, ਬਾਕੀ ਬਹੁਤਾ ਜ਼ਿਆਦਾ ਨਹੀਂ, ਬਹੁਤਾ ਜ਼ਿਆਦਾ ਜਾਇਜ਼ ਨਹੀਂ ਹੈਗਾ ਵੀ ਇਹ ਹਿਸਾਬ ਗੱਲ ਵੀ। ਪਰ ਖੈਰ ਠੀਕ ਆ, ਜਿੰਨਾ ਕੁ ਦਿੱਤਾ ਹੁਣ ਅਸੀਂ ਹਾਲੇ ਇਸ ਵੇਲੇ ਅੱਗੇ ਨੂੰ ਹਰ ਸਾਲ ਵਧਣਾ ਚਾਹੀਦਾ ਰੇਟ। ਜੇਕਰ ਜੋ ਸਮੁੱਚੀ ਮਹਿੰਗਾਈ ਵੱਧ ਰਹੀ ਆ, ਹੋਰ ਫਸਲਾਂ ਦੇ ਰੇਟ ਵੱਧ ਰਹੇ ਆ, ਆਪਾਂ ਸਮੁੱਚੀ ਮਹਿੰਗਾਈ ਦੇ ਵਿੱਚ ਹੰਢਾ ਰਹੇ ਆ, ਤਾਂ ਹਰ ਸਾਲ ਇਹ ਫਸਲਾਂ ਦੇ ਰੇਟ ਸਹੀ ਢੰਗ ਨਾਲ ਵਧਣਾ ਚਾਹੀਦਾ। ਹਾਂਜੀ, ਸਵਾਲ ਮੇਰਾ ਹੁਣ ਅੱਗੇ ਇਹ ਆ ਕਿ ਖੇਤੀ ਕਾਨੂੰਨਾਂ ਦਾ ਮਸਲਾ ਡਟੇ ਹੋਏ ਹੋ ਤੁਸੀਂ ਖੇਤੀ ਕਾਨੂੰਨਾਂ ਨੂੰ ਲੈ ਕੇ। ਹੁਣ ਇਹੋ ਜਿਹਾ ਕੀ ਕੀਤਾ ਜਾਵੇ ਕਿ ਪੰਜਾਬ ਦੇ ਵਿੱਚ ਜਿਹੜੀ ਖੇਤੀ ਕਾਨੂੰਨਾਂ ਜਦੋਂ ਰੱਦ ਹੁੰਦੇ ਨੇ, ਜਿਹੜੀ ਕਿਸਾਨੀ ਆ ਖੁਸ਼ਹਾਲ ਹੋ ਜਾਵੇ। ਇਹੋ ਜਿਹਾ ਕੀ ਹੈ ਕਿ ਕਰਜ਼ਾ ਮੁਕਤੀ ਵੀ ਹੋ ਜਾਵੇ ਔਰ ਜਿਹੜੇ ਖੁਦਕੁਸ਼ੀਆਂ ਨੇ ਉਹ ਵੀ ਘਟ ਜਾਣ। ਪੰਜਾਬ ਦੀ ਕਿਸਾਨੀ ਨੂੰ ਖੁਸ਼ਹਾਲ ਕਰਨ ਦੇ ਲਈ ਕਿ ਸਰਕਾਰ ਤੋਂ ਕੀ ਮੰਗ ਕਰੋਗੇ, ਪੰਜਾਬ ਸਰਕਾਰ ਤੋਂ ਔਰ ਕੇਂਦਰ ਸਰਕਾਰ ਤੋਂ? ਦੇਖੋ, ਪਿਛਲਾ ਜੋ ਕਿਸਾਨਾਂ ਸਿਰ ਕਰਜ਼ਾ ਚੜ੍ਹਿਆ ਵਾ ਉਹ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਚੜ੍ਹਿਆ। ਉਹ ਪਿਛਲਾ ਸਾਰਾ ਛੱਡ ਦੇਣਾ ਚਾਹੀਦਾ, ਮਾਫ ਕਰ ਦੇਣਾ ਚਾਹੀਦਾ। ਅੱਗੇ ਨੂੰ ਜੇ ਸਾਨੂੰ ਸਹੀ ਰੇਟ ਦੇਣ, C+2 ਦੇ +50% ਮੁਨਾਫੇ ਵਾਲਾ ਮੁਨਾਫਾ ਦੇਣ, ਤਾਂ ਸਾਡੇ ਸਿਰ ਕਰਜ਼ਾ ਚੜ੍ਹਨਾ ਹੀ ਹੈ ਨਹੀਂ, ਆਪੇ ਖੁਸ਼ਹਾਲ ਹੋਊਗਾ ਕਿਸਾਨ, ਲਾਜ਼ਮੀ ਹੋਊਗਾ ਕਿਸਾਨ। ਹਾਂ, ਕਿਸਾਨ ਨੂੰ ਕੋਈ ਇਹੀ ਗੱਲ ਨਹੀਂ ਹੋਊਗਾ ਕਿ ਪਰ ਰੇਟ ਸਹੀ ਮਿਲਣੇ ਚਾਹੀਦੇ ਆ। ਔਰ MSP ਨੂੰ ਕਾਨੂੰਨ ਬਣਾ ਦੇਣ, ਕਾਨੂੰਨ ਬਣਾ ਕੇ MSP ਉਹ ਖਰੀਦ ਕਰਨ। MSP ਹੈ ਰਹੂਗੀ, ਇਹ ਇੱਦਾਂ ਉਹਦਾ ਫਾਇਦਾ ਕੋਈ ਨਹੀਂ ਹੈਗਾ, ਕਿਉਂਕਿ ਜਦ ਖਰੀਦੇ ਨਹੀਂ ਹੈਗੀ ਸਰਕਾਰ, ਖਰੀਦਦੀ ਯਕੀਨਨ ਖਰੀਦ ਬਣਾਵੇ ਵੀ ਹਾਂ ਅਸੀਂ ਇਹ ਰੇਟ 'ਤੇ ਖਰੀਦਾਂਗੇ, ਇਸ ਤੋਂ ਘੱਟ ਰੇਟ 'ਤੇ ਵਪਾਰੀ ਨਹੀਂ ਖਰੀਦੂਗਾ, ਵੱਧ ਰੇਟ 'ਤੇ ਵਪਾਰੀ ਬੇਸ਼ੱਕ ਤੇ ਖਰੀਦੇ, ਕੋਈ ਬਾਤ ਨਹੀਂ, ਵੱਧ ਰੇਟ 'ਤੇ ਖਰੀਦੇ, ਥੋੜ੍ਹਾ ਬਹੁਤ ਜਿੰਨਾ ਵੀ ਵੱਧ ਪਾ ਕੇ ਖਰੀਦੇ, ਪਰ ਜੋ ਘੱਟੋ ਘੱਟ ਕੀਮਤ ਮਿਤੀ ਹੋਈ ਆ ਉਹ ਤਾਂ ਘੱਟ ਰੇਟ 'ਤੇ ਫਸਲ ਨਹੀਂ ਵਿਕਣੀ ਚਾਹੀਦੀ। ਹਾਂਜੀ, ਹੁਣ ਇਸ ਟਾਈਮ ਜੋ ਹਾਲਾਤ ਬਣੇ ਹੋਏ ਨੇ, ਵੱਡੇ ਪੱਧਰ ਤੇ ਜਿਹੜਾ ਘਿਰਾਓ ਹੈ BJP ਲੀਡਰਸ ਦਾ ਵੀ ਹੋ ਰਿਹਾ ਹੈ ਔਰ ਦੂਜੇ ਰਾਜਨੀਤਿਕ ਪਾਰਟੀਆਂ ਦਾ ਵੀ ਹੋ ਰਿਹਾ ਹੈ। ਭਾਜਪਾ ਅਜਿਹੇ ਦੇ ਵਿੱਚ ਵੀ ਸੋਚ ਰਹੀ ਹੈ ਕਿ 117 ਦੀਆਂ 117 ਪੰਜਾਬ ਦੀਆਂ ਵਿਧਾਨ ਸਭਾ ਸੀਟਾਂ ਤੇ ਭਾਜਪਾ ਸਰਕਾਰ ਬਣਾਏਗੀ ਔਰ ਵੱਡੇ ਪੱਧਰ ਤੇ ਲੀਡ ਕਰਕੇ ਜਿੱਤੇਗੀ। ਇਹ ਤਾਂ ਉਹਦੀ ਸੋਚ ਆ, ਪਰ ਸਾਨੂੰ ਨਹੀਂ ਲੱਗਦਾ ਹੈਗਾ ਵੀ ਕੋਈ ਸੀਟ ਜਿੱਤ ਲੂਗੀ, ਕਿਉਂਕਿ ਕੱਲੀ ਸ਼ਹਿਰਾਂ ਵਿੱਚ ਹੀ ਵੋਟ ਨਹੀਂ, ਵੋਟ ਪਿੰਡਾਂ ਦੀ ਵੀ ਹੈਗੀ। ਕੌਨਫੀਡੈਂਸ ਦੇ ਨਾਲ ਉਹ ਮੀਡੀਆ ਸਾਹਮਣੇ ਇਹ ਗੱਲ ਕਹਿੰਦੇ ਨੇ, ਬਹੁਤ ਕੌਨਫੀਡੈਂਸ ਦੇ ਨਾਲ। ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਮੈਂ ਸਟੇਟਮੈਂਟ ਸੁਣ ਰਹੀ ਸੀ, ਉਹਨਾਂ ਨੇ ਬੜੇ ਕੌਨਫੀਡੈਂਸ ਦੇ ਨਾਲ ਕਿਹਾ ਕਿ ਜੋ ਹੁੰਦਾ ਹੋ ਜਾਵੇ, ਅਸੀਂ 117 ਸੀਟਾਂ ਜਿੱਤ ਕੇ ਰਹਿਣੀ ਹੈ ਪੰਜਾਬ ਦੇ ਵਿੱਚ, ਸਾਨੂੰ ਬਹੁਤ ਵੱਡੀ ਜਿਹੜੀ ਵੋਟਿੰਗ ਹੈ ਉਹ ਮਿਲਣੀ ਹੈ। ਅਸੀਂ ਵੀ ਪੂਰੇ ਭਰੋਸੇ ਨਾਲ, ਕੌਨਫੀਡੈਂਸ ਨਾਲ ਕਹਿ ਰਹੇ ਹਾਂ ਵੀ ਪੰਜਾਬ ਦੇ ਵਿੱਚ ਕੋਈ ਸੀਟ ਨਹੀਂ ਮਿਲੂਗੀ, ਕਿਉਂਕਿ ਇਕੱਲੇ ਸ਼ਹਿਰਾਂ ਦੀ ਵੋਟ ਕਰਦਾ ਭਾਜਪਾ ਬਣ ਨਹੀਂ ਰਹੀ, ਪਿੰਡਾਂ ਦੀ ਵੋਟ ਵਿੱਚ ਲਾਜ਼ਮੀ ਹੁੰਦੀ ਹੈ, ਲਾਜ਼ਮੀ ਪਿੰਡਾਂ 'ਚੋਂ ਵੋਟ ਭਾਜਪਾ ਨੂੰ ਬਿਲਕੁਲ ਨਹੀਂ ਮਿਲੂਗੀ ਕਿਸੇ ਹਾਲਤ ਵਿੱਚ ਵੀ, ਸਾਨੂੰ ਵੀ ਪੂਰਾ ਭਰੋਸਾ ਇਸ ਗੱਲ ਦਾ। ਹਾਂਜੀ, ਹਾਂ, ਦੇਖ ਲਈਆਂ ਪਹਿਲਾਂ ਚੋਣਾਂ ਲੜ ਕੇ ਇਹਨਾਂ ਨੇ ਕਿਸ ਕਿਆ ਹਾਲਤ ਹੋਈ ਆ, ਡਰਦੇ ਰਹਿੰਦੇ ਆ, ਆਪਣੇ ਚੋਣ ਨਿਸ਼ਾਨ ਪਰ ਵੀ ਚੋਣ ਨਹੀਂ ਲੜਦੇ ਹੈਗੇ, ਭਲੇਖਾ ਪਾਉਂਦੇ ਆ। ਹੋਰ ਟਿਕਟਾਂ ਪਰ ਲੈ ਕੇ ਪ੍ਰਾਈਵੇਟ ਆਜ਼ਾਦ ਖੜ੍ਹ ਕੇ ਕੋਸ਼ਿਸ਼ ਕਰਦੇ ਆ, ਪਰ ਫਿਰ ਵੀ ਲੋਕ ਸਮਝ ਗਏ, ਹੁਣ ਬਹੁਤ ਸਮਝਦਾਰ ਲੋਕ ਆ, ਹੁਣ ਇਹੋ ਜਿਹੀ ਗੱਲ ਨਹੀਂ, ਅੱਗੇ ਵਾਲਾ ਜ਼ਮਾਨਾ ਨਹੀਂ ਰਿਹਾ ਹੈਗਾ, ਹੁਣ ਪੜ੍ਹਿਆ ਲਿਖਿਆ ਜ਼ਮਾਨਾ, ਫਿਰ ਵੀ ਬਈ ਹੁਣ ਨਹੀਂ ਧੋਖੇ ਜਾਊਂਗੇ ਕਿਸੇ ਹਾਲਤ ਵਿੱਚ ਵੀ।
ਹਾਂਜੀ, ਤੁਸੀਂ ਕੀ ਕਹਿਣਾ ਚਾਹੋਗੇ ਸੰਘਰਸ਼ ਦੇ ਬਾਰੇ? ਕੀ ਕਹਿਣਾ ਚਾਹੋਗੇ ਸੰਘਰਸ਼ ਦੇ ਬਾਰੇ? संघर्ष के बाद इन्हों की मांग जायज़ है, सरकार ने इनकी बात माननी चाहिए। हाँ जी, ये बिल्कुल जायज़ है इनकी मांग। यही कहना चाहता हूँ सरकार से कि सरकार इनकी जायज़ मांग जो है 3 काले कानून है वापस ले ले, ये बेचारे अपने घर चले जाएं। हाँ जी, बस यही कहना है मैंने। ਪਰ ਸਰਕਾਰ ਤੇ ਇਹ ਸਮਝਾਉਣ 'ਚ ਲਗਾਤਾਰ ਲੱਗੀ ਹੋਈ ਹੈ ਕਿ ਕਾਨੂੰਨ ਫਾਇਦੇ ਦੇ ਵਿੱਚ ਨੇ, ਕਾਨੂੰਨਾਂ ਦੇ ਵਿੱਚ ਕੁਝ ਵੀ ਗਲਤ ਨਹੀਂ। मैडम इन्ने बंदे 9 महीने से खड़े हैं, बेचारे बैठे हैं धूप में, सर्दी बरसात, ये बेवकूफ़ थोड़ी हैं। तो सरकार को भी समझना चाहिए बात, मिल बैठ के बातचीत कर ले फिर। यही कहना है मैडम। ਸੋ ਤੁਸੀਂ ਵੇਖਿਆ ਹੈ, ਵੱਖ-ਵੱਖ ਸਵਾਲਾਂ ਦੇ ਜਵਾਬ ਜਾਣੇ ਨੇ, ਕਿੰਨੀ ਕੁ ਜਾਗਰੂਕਤਾ ਇਹ ਵੀ ਜਾਣੀ ਹੈ, ਕਿਸ ਤਰੀਕੇ ਦੇ ਨਾਲ ਆਪਣੇ ਹੱਕ ਜਿਹੜੇ ਨੇ ਉਹ ਲੈ ਸਕਦੇ ਨੇ, ਐਮਐਸਪੀ ਦੀ ਮੰਗ ਨੂੰ ਲੈ ਕੇ ਕੀ ਸੋਚਦੇ ਨੇ, ਐਮਐਸਪੀ ਦੇ ਉੱਤੇ ਕੀ ਸੋਚਦੇ ਨੇ, ਗੰਨੇ ਦੀਆਂ ਕੀਮਤਾਂ ਨੂੰ ਲੈ ਕੇ ਕਿਸਾਨਾਂ ਦੀ ਕੀ ਰਾਏ ਹੈ, ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਹਾਲ ਹੀ ਦੇ ਵਿੱਚ ਗੰਨੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਜਿਹੜਾ ਕੀਤਾ ਗਿਆ ਹੈ। ਪਰ ਜੋ ਵੀ ਜਿਹੜੇ ਹੱਥ ਕੰਡੇ ਨੇ, ਭਾਵੇਂ ਸਰਕਾਰਾਂ ਵੱਲੋਂ ਅਪਣਾਏ ਜਾਂਦੇ ਹੋਣ, ਪਰ ਜੋ ਸਰਕਾਰਾਂ ਦੀ ਮੰਗ ਹੈ ਅੱਜ ਵੀ ਉਸ 'ਤੇ ਜਿਹੜੇ ਕਿਸਾਨ ਨੇ ਉਹ ਬਰਕਰਾਰ ਨੇ। ਕਿਸਾਨੀ ਸੰਘਰਸ਼ ਦੀਆਂ ਵੱਖ-ਵੱਖ ਤਸਵੀਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਵਾਂਗੇ। ਬਣੇ ਰਹੋ ਸਾਡੇ ਨਾਲ, ਵੇਖਦੇ ਰਹੋ ਪੰਜਾਬ ਸਟਾਰ ਟੀਵੀ। ਧੰਨਵਾਦ।